ਜ਼ਿੰਦਾਬਾਦ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਕਿ ਮੇਜਰ ਸਿੰਘ ਚੱਕ ਸਾਬੂ ਵੱਲੋਂ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰਿਓ। ਸਿਟੀ ਆਫ ਟੋਰਾਂਟੋ ਨੇ ਸਾਨੂੰ ਨਵਾਂ ਗਿਫਟ ਦੇਣਾ ਸ਼ੁਰੂ ਹੋ ਗਿਆ ਆ ਤੇ ਨਵੀਆਂ ਗੱਲਬਾਤ ਹੋ ਰਹੀ ਆ ਤੇ ਅੱਜ ਸਪੈਸ਼ਲੀ ਸਾਡੇ ਸਟੂਡੀਓ ਦੇ ਵਿੱਚ ਵਿਲੀਅਮਜੀਤ ਬਸਰਾ ਜੀ ਆਏ ਹੋਏ ਨੇ ਤੇ ਕਰਦੇ ਆ ਵੀ ਸਾਨੂੰ ਕਿਹੜਾ ਗਿਫਟ ਉਹਨਾਂ ਨੇ ਦਿੱਤਾ ਆ। ਸੁਣਿਆ ਮੈਂ ਇਦਾਂ ਦਾ ਵੀ ਖਾਲੀ ਘਰਾਂ ਤੇ ਟੈਕਸ ਲੱਗਣਾ ਸ਼ੁਰੂ ਹੋ ਗਿਆ। ਅੱਜ ਪਹਿਲਾਂ ਬਸਰਾ ਸਾਹਿਬ ਦਾ ਵੈਲਕਮ ਕਰੀਏ। ਬਸਰਾ ਸਾਹਿਬ ਤੁਹਾਡਾ ਸਟੂਡੀਓ 'ਚ ਸਵਾਗਤ। ਸਤਿ ਸ਼੍ਰੀ ਅਕਾਲ ਮੇਜਰ ਭਾਜੀ, ਜਿੰਦਾਬਾਦ ਟੀਵੀ ਦੇ ਇਸ ਖੂਬਸੂਰਤ ਸਟੂਡੀਓ ਤੋਂ ਸਾਰੇ ਦਰਸ਼ਕਾਂ ਦਾ ਸਰੋਤਿਆਂ ਦਾ ਬਹੁਤ ਹੀ ਸਤਿਕਾਰ ਦੇ ਨਾਲ ਅਦਬ ਦੇ ਨਾਲ ਜੀ ਆਇਆਂ ਨੂੰ। ਤੇ ਭਾਜੀ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਜੀ, ਆਪਾਂ ਸਟੂਡੀਓ ਨਵਾਂ ਤੁਸੀਂ ਥੈਂਕ ਯੂ ਸੋ ਮਚ ਬਸਰਾ ਸਾਹਿਬ। ਗਿਫਟ ਤੇ ਗਿਫਟ ਸਰਕਾਰਾਂ ਨੇ ਸ਼ੁਰੂ ਕਰ ਦਿੱਤੇ ਦੇਣੇ, ਪਰ ਮੈਂ ਸੁਣਿਆ ਬਈ ਅੱਗੇ ਦਾ ਸੁਣਦੇ ਹੁੰਦੇ ਸੀ ਵੀ ਘਰ ਜਿਹੜੇ ਸੀਗੇ ਉਹਨਾਂ ਦੇ ਉੱਤੇ ਟੈਕਸ ਲੱਗਦੇ ਸੀ, ਅੱਜ ਖਾਲੀ ਘਰਾਂ ਤੇ ਟੈਕਸ ਸ਼ੁਰੂ ਕਰਤੇ। ਇਹ ਕਿਹੜਾ ਸਰਕਾਰਾਂ ਨੇ ਹੁਣ ਨਵਾਂ ਹੱਥਕੰਡਾ ਇੱਕ ਕਹਿੰਦੇ ਵੀ ਇੱਕ ਲੁੱਟ ਸ਼ੁਰੂ ਕਰ ਲਈ ਆ। ਮਾੜਾ ਜਿਹਾ ਜਿੰਦਾਬਾਦ ਦੇ ਦਰਸ਼ਕ ਜਿੰਨੇ ਮੇਰੇ ਦੇਸ਼ ਕੇ ਆ ਇਹਨਾਂ ਨੂੰ ਮਾੜਾ ਜਿਹਾ ਪਾਓ ਇੱਕ ਵਾਰੀ ਚਾਨਣਾ। ਮੇਜਰ ਭਾਈ ਜੀ ਗੱਲ ਏਦਾਂ ਹੈਗੀ ਆ ਕਿ ਮੈਂ ਆਪਣੇ ਆਪ ਨੂੰ ਦੋ ਜਗ੍ਹਾ ਤੇ ਰੱਖ ਕੇ ਗੱਲ ਕਰੂੰਗਾ ਤੁਹਾਡੇ ਨਾਲ, ਇੱਕ ਐਜ਼ ਏ ਰੀਅਲਟਰ ਤੇ ਇੱਕ ਐਜ਼ ਆਮ ਇਨਸਾਨ। ਕਿਉਂਕਿ ਜੇ ਆਪਾਂ ਆਮ ਇਨਸਾਨ ਦੇ ਨਜ਼ਰੀਏ ਤੋਂ ਦੇਖਦੇ ਆ ਤਾਂ ਕੋਈ ਵੀ ਟੈਕਸ ਜਦੋਂ ਵੀ ਕਿਸੇ ਦੀ ਜੇਬ ਤੇ ਲੱਗਦਾ ਤਾਂ ਫੀਲ ਹੁੰਦਾ ਵਾ, ਕਿਉਂਕਿ ਜਿੱਦਾਂ ਦੇ ਹੁਣ ਹਾਲਾਤ ਬਣੇ ਹੋਏ ਆ, ਰਿਸੈਸ਼ਨ ਆਲਰੇਡੀ ਚੱਲ ਹੀ ਰਿਹਾ ਵਾ, ਇੰਟਰਸਟ ਰੇਟ ਕਿਤੇ ਤੇ ਕਿਤੇ ਵੱਧ ਗਏ ਆ, ਤਾਂ ਕਈ ਕੀ ਲਗਭਗ ਹਰੇਕ ਘਰ ਇਫੈਕਟ ਹੋਇਆ ਜੀ। ਮੌਰਗੇਜ ਰੇਟ ਨੂੰ ਲੈ ਕੇ, ਇਨਫਲੇਸ਼ਨ ਰੇਟ ਨੂੰ ਲੈ ਕੇ ਪ੍ਰਾਈਸਿਸ ਦੇਖ ਲਓ ਆਲਮੋਸਟ ਡਬਲ ਹੋ ਚੁੱਕੀਆਂ, ਚਾਹੇ ਗੈਸ ਆ ਚਾਹੇ ਗਰੋਸਰੀ ਆ। ਫਿਰ ਜਦੋਂ ਕਦੇ ਵੀ ਕੋਈ ਵੀ ਸਰਕਾਰੀ ਆਰਗੇਨਾਈਜੇਸ਼ਨ ਜਾਂ ਕੋਈ ਸਿਟੀ ਸਾਡੇ ਤੇ ਕੋਈ ਬੋਝ ਪਾਉਂਦੀ ਆ ਤਾਂ ਉਹ ਫਿਰ ਇੱਕ ਬਹੁਤ ਵੱਡਾ ਇੱਕ ਸੈਟਬੈਕ ਲੱਗਦਾ ਜੀ। ਕਿਉਂਕਿ ਕੈਨੇਡਾ ਦੇ ਵਿੱਚ ਕੀ ਹੁੰਦਾ ਕਿ ਹਰੇਕ ਪਰਿਵਾਰ ਆਪਣੀ ਇੱਕ ਕੈਲਕੂਲੇਸ਼ਨ ਦੇ ਨਾਲ ਚੱਲਦਾ ਵਾ ਵੀ ਕਿੰਨੀ ਕੁ ਜੇਬ ਚ ਆਉਂਦੇ ਆ ਤੇ ਕਿੰਨੇ ਕੁ ਆਪਣੇ ਮਹੀਨੇ ਬਾਅਦ ਨਿਕਲ ਜਾਂਦੇ ਆ। ਤੁਸੀਂ ਤਾਂ ਮੇਰੇ ਤੋਂ ਵੀ ਪੁਰਾਣੇ ਰਹਿੰਦੇ ਹੋ, ਠੀਕ ਹੈ ਨਾ ਜੀ। ਹੁਣ ਜੇ ਅਗਲੇ ਨੂੰ ਮਹੀਨੇ ਦਾ ਬਣਦਾ $1000 ਆ, ਜਾਂਦਾ $3000, ਅਗਲੇ ਨੂੰ ਫਿਕਰ ਪੈ ਜਾਂਦੀ ਆ ਵੀ $2000 ਕਿੱਥੋਂ ਪੂਰੇ ਕਰਨੇ। ਤੋ ਜਿੱਦਾਂ ਤੁਸੀਂ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇਹ ਗੱਲ ਕਹੀ ਹੈਗੀ ਆ ਕਿ ਇੱਕ ਗਿਫਟ ਦਿੱਤਾ, ਗੱਲ ਗਿਫਟ ਇਹ ਮੈਨੂੰ ਪਤਾ ਤੁਸੀਂ ਇੱਕ ਵਿਅੰਗਾਤਮਕ ਰੂਪ ਚ ਕਹੀ ਹੈਗੀ ਆ। ਹੋਇਆ ਕੀ ਆ ਮੇਜਰ ਬਾਈ ਜੀ ਵੀ ਸਿਟੀ ਆਫ ਟੋਰਾਂਟੋ ਨੇ ਖਾਸ ਤੌਰ ਤੇ ਨਾ ਇਹ ਗੱਲ ਧਿਆਨ ਦੇਣ ਦਰਸ਼ਕ ਕਿ ਆਪਾਂ ਜਿਹੜੀ ਗੱਲ ਕਰ ਰਹੇ ਆ ਉਹ ਟੋਰਾਂਟੋ ਸਿਟੀ ਦੀ ਕਰ ਰਹੇ ਆ, ਨਾਟ GTA ਦੀ, ਠੀਕ ਜੀ। ਤਾਂ ਉਹਨਾਂ ਨੇ ਇੱਕ ਵੇਕੈਂਟ ਹੋਮ ਟੈਕਸ ਲੈ ਕੇ ਆਉਂਦਾ ਜੀ, ਖਾਲੀ ਘਰਾਂ ਦੇ ਉੱਪਰ ਟੈਕਸ। ਅੱਛਾ ਜੀ। ਹੁਣ ਜੇ ਤਾਂ ਅਸੀਂ ਮੇਅਰ ਦੇ ਨਜ਼ਰੀਏ ਤੋਂ ਦੇਖੀਏ, ਜਿਹੜਾ ਟੋਰਾਂਟੋ ਦਾ ਮੇਅਰ ਆ ਜਾਂ ਜਿਹੜੇ ਉੱਥੋਂ ਦੇ ਕਾਉਂਸਲਰਸ ਹੈਗੇ ਆ, ਉਹ ਕਹਿੰਦੇ ਆ ਵੀ ਅਸੀਂ ਇਹ ਜਿਹੜਾ ਟੈਕਸ, ਮੈਂ ਬਾਅਦ ਚ ਦੱਸਦਾ ਵੀ ਕੀ ਚੀਜ਼ ਆ, ਪਹਿਲਾਂ ਮੈਂ ਥੋੜੀ ਜਿਹੀ ਇਹਦੀ ਪਰਿਭਾਸ਼ਾ ਦੇ ਦੇਵਾਂ, ਇਹਦੀ ਡੈਫੀਨੇਸ਼ਨ ਦੇ ਦੇਵਾਂ ਕਿ ਉਹ ਕਹਿੰਦੇ ਕਿ ਸਾਡੇ ਲਈ ਟੈਕਸ ਲਗਾਉਣਾ ਇਹ ਜ਼ਰੂਰੀ ਹੋ ਗਿਆ ਕਿਉਂਕਿ ਜਿਹੜੀ ਮਾਰਕੀਟ 'ਚ ਹਾਲਾਤ ਬਣੇ ਹੋਏ ਨੇ ਵੀ ਲੋਕੀ ਘਰਾਂ ਨੂੰ ਕਈਆਂ ਨੂੰ ਖਾਲੀ ਰੱਖ ਰਹੇ ਆ ਤੇ ਉਹਦੇ ਨਾਲ ਕੀ ਹੋ ਰਿਹਾ ਕਿ ਨਾ ਤਾਂ ਟੈਨੈਂਟ ਪੂਰੇ ਹੋ ਰਿਹਾ, ਟੈਨੈਂਟ ਬਹੁਤ ਬੈਠਾ, ਉਹਨਾਂ ਨੂੰ ਘਰ ਨਹੀਂ ਮਿਲ ਰਹੇ, ਜਾਂ ਜਿਹੜੇ ਮਾਰਕੀਟ ਦੇ ਵਿੱਚ ਪਿਛਲੇ 2-3 ਸਾਲਾਂ 'ਚ ਰੇਟ ਬਹੁਤ ਹਾਈ ਗਏ ਸੀ, ਹਾਊਸਿੰਗ ਦੀ ਸਪਲਾਈ ਜਿਹੜੀ ਸੀਗੀ ਉਹ ਏਦਾਂ ਹੋਈ ਸੀ ਕਿ ਲੋਕੀ ਇੱਕ ਘਰ ਦੇ ਉੱਤੇ 50-50 ਜਣੇ ਆਫਰ ਪਾਉਣ ਚਲੇ ਜਾਂਦੇ ਸੀ। ਡਿਮਾਂਡ ਐਂਡ ਸਪਲਾਈ ਦੀ ਥਿਊਰੀ। ਹੁਣ ਕੀ ਕੀਤਾ ਸਿਟੀ ਆਫ ਟੋਰਾਂਟੋ ਨੇ, ਆਪਣਾ ਲੌਜਿਕ ਇਹ ਦਿੱਤਾ ਵੀ ਜਿਹੜਾ ਅਸੀਂ ਖਾਲੀ ਘਰਾਂ ਦੇ ਉੱਪਰ ਟੈਕਸ ਲਗਾਉਣ ਲੱਗੇ ਆ, ਇਹਦਾ ਮਕਸਦ, ਇਹਦਾ ਪਰਪਸ ਮੇਜਰ ਬਾਈ ਜੀ ਇਹ ਨਹੀਂ ਹੈਗਾ ਕਿ ਅਸੀਂ ਆਪਣੀਆਂ ਜੇਬਾਂ ਭਰਦੀਆਂ ਨੇ ਜਾਂ ਸਿਟੀ ਦੇ ਅਸੀਂ ਖਜ਼ਾਨੇ ਪੂਰੇ ਕਰਦੇ ਆ। ਉਹ ਕਹਿੰਦੇ ਵੀ ਅਸੀਂ ਇਹ ਟੈਕਸ ਤਾਂ ਲਗਾਉਣ ਲੱਗੇ ਆ ਤਾਂ ਕਿ ਜਿਹੜੀ ਹਾਊਸਿੰਗ ਸਪਲਾਈ ਆ, ਘਰਾਂ ਦੀ ਜਿਹੜੀ ਸਪਲਾਈ ਆ, ਉਹ ਮਾਰਕੀਟ ਦੇ ਵਿੱਚ ਪ੍ਰੋਪਰ ਹੋਵੇ, ਵੀ ਘਰਾਂ ਨੂੰ ਜਿੰਦੇ ਲਾ ਕੇ ਨਾ ਛੱਡੋ। ਦੇਖੋ ਨਾ ਕਿਰਾਏਦਾਰ ਵੀ ਬਹੁਤ ਬੈਠੇ ਆ, ਬਿਲਕੁਲ, ਤੇ ਜਿਨ੍ਹਾਂ ਨੇ ਬਾਏ ਕਰਨਾ ਉਹ ਵੀ ਹੁਣ ਤਕਰੀਬਨ ਬਾਇਰ ਵੀ ਵੇਟ ਕਰ ਰਿਹਾ ਕਿ ਜੇ ਇੰਟਰਸਟ ਰੇਟ ਵਧੇ ਆ, ਪ੍ਰਾਈਸਿਸ ਘਟੀਆਂ ਹੋਈਆਂ ਨੇ। ਸੋ ਉਹਨਾਂ ਨੇ ਕੀ ਕੀਤਾ ਵਾ ਕਿ ਪਿਛਲੇ ਸਾਲ ਜਿਹੜਾ 2022 ਲੰਘਿਆ ਵਾ, ਇਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਵੀ ਘਰ, ਇਹ ਹੁਣ ਤੁਹਾਡੇ ਲਈ ਵੀ ਮੈਨੂੰ ਲੱਗਦਾ ਨਵੀਂ ਚੀਜ਼ ਆ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ, ਕਿ ਜਿਹੜਾ ਵੀ ਘਰ 2022 ਦੇ ਵਿੱਚ 6 ਮਹੀਨੇ ਜਾਂ 6 ਮਹੀਨੇ ਤੋਂ ਵੱਧ ਖਾਲੀ ਪਿਆ ਹੋਊਗਾ ਸਿਟੀ ਆਫ ਟੋਰਾਂਟੋ ਦੇ ਅੰਦਰ, ਉਹਦੇ ਉੱਪਰ 2023 ਦੇ ਵਿੱਚ ਟੈਕਸ ਦੇਣਾ ਪਊਗਾ। ਮੈਂ ਦੁਬਾਰਾ ਇਹਨੂੰ ਹੋਰ ਸੌਖਾ ਤਰੀਕੇ ਦੱਸ ਦਿੰਦਾ ਵੀ ਜਿਹੜਾ 2022 ਲੰਘਿਆ ਵਾ, ਜੇ ਮੰਨ ਲਓ ਕਿਸੇ ਦਾ ਘਰ 7 ਮਹੀਨੇ ਖਾਲੀ ਰਿਹਾ ਵਾ ਤੇ 5 ਮਹੀਨੇ ਉਹਦੇ ਅੰਦਰ ਕੋਈ ਰਿਹਾ ਵਾ, ਤਾਂ ਉਹ ਘਰ ਦੇ ਉੱਪਰ ਹੁਣ ਟੈਕਸ ਲੱਗੂਗਾ ਕਿਉਂਕਿ ਉਹ 6 ਮਹੀਨੇ ਤੋਂ ਜ਼ਿਆਦਾ ਕੀ ਰਿਹਾ ਜੀ, ਖਾਲੀ ਰਿਹਾ। ਸੋ ਇਸ ਕਰਕੇ ਬਹੁਤ ਲੋਕਾਂ ਨੇ ਇਹਦਾ ਮਾਈਂਡ ਵੀ ਕੀਤਾ ਵੀ ਕਈਆਂ ਨੇ ਉੱਥੇ ਜਿੰਦੇ ਲਾਏ ਹੋਏ ਸੀਗੇ, ਕਿਰਾਏਦਾਰ ਵੀ ਨਹੀਂ ਸੀ ਰੱਖੇ ਹੋਏ, ਨਾ ਘਰ 'ਚ ਕਿਸੇ ਨੂੰ ਰੱਖਿਆ ਹੋਇਆ ਸੀ। ਸੋ ਲੇਕਿਨ ਜੋ ਆਪਣਾ ਪ੍ਰੋਗਰਾਮ ਅੱਗੇ ਵਧੂਗਾ ਤੁਹਾਨੂੰ ਅੱਗੇ ਇਹ ਵੀ ਪਤਾ ਲੱਗੂ ਵੀ ਇਹ ਘਰ ਕਿਹੜੇ ਘਰ ਇਹਦੇ ਵਿੱਚ ਆਉਂਦੇ ਆ, ਕਿਹੜੇ ਨਹੀਂ ਆਉਂਦੇ, ਜਾਂ ਕਿਹਨੂੰ ਆਪਾਂ ਛੋਟ ਦਿੱਤੀ ਹੋਈ ਆ। ਸੋ ਦੈਟ ਇਜ਼ ਕਾਲਡ VHT। ਠੀਕ ਹੈ ਜੀ। ਸੋ ਕੱਲ ਵੀ ਕਾਫੀ ਇਹਦਾ ਮਤਲਬ ਰਾਜਨੀਤੀ ਦੇ ਵਿੱਚ ਵੀ ਤੇ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਰੌਲਾ ਪਿਆ ਹੋਇਆ ਸੀਗਾ। ਤੇ ਮੇਨ ਜਿਹੜੀ ਗੱਲ ਮੈਂ ਦਰਸ਼ਕਾਂ ਨਾਲ ਸਾਂਝੀ ਕਰ ਦਵਾਂ, ਸ਼ੁਰੂ 'ਚ ਤੇ ਐਂਡ ਤੇ ਵੀ ਕਰੂੰਗਾ, ਕਿ ਇਸ ਟੈਕਸ ਦੀ ਦੱਸਣ ਦੀ ਜਾਣੀ ਕਿ ਘਰਾਂ ਦਾ, ਜੇ ਮੰਨ ਲਓ ਸਪੋਜ਼ ਕਰੋ ਮੇਰਾ ਘਰ ਟੋਰਾਂਟੋ ਦੇ ਵਿੱਚ ਆ ਜੋ 6 ਮਹੀਨੇ ਤੋਂ ਜ਼ਿਆਦਾ ਖਾਲੀ ਪਿਆ ਹੋਊਗਾ, ਤਾਂ ਮੈਂ 2 ਫਰਵਰੀ 2023 ਤੱਕ ਡਿਕਲੇਅਰ ਕਰਨਾ ਸੀ, 2 ਫਰਵਰੀ ਤੱਕ
ਅੱਜ ਕਿੰਨੀ ਤਰੀਕ ਆ ਜੀ 3 ਤਰੀਕ। ਲੇਕਿਨ ਹੁਣ ਕੱਲ ਜਿਹੜਾ ਮੇਅਰ ਨੇ ਕੀ ਕਰ ਦਿੱਤਾ, ਉਹ 2 ਫਰਵਰੀ ਵਧਾ ਕੇ ਐਂਡ ਆਫ ਫਰਵਰੀ ਕਰਤਾ ਜੀ। ਠੀਕ ਹੈ ਜੀ। ਸਪੋਜ਼ ਕਰੋ ਮੇਰੇ ਤੋਂ 2 ਫਰਵਰੀ ਤੱਕ ਨਹੀਂ ਦੱਸ ਹੋਇਆ ਕਿ ਮੇਰਾ ਘਰ ਖਾਲੀ ਪਿਆ ਸੀ, ਹੁਣ ਉਹਨਾਂ ਨੇ ਕਰ ਦਿੱਤਾ ਕਿ 28 ਫਰਵਰੀ ਤੱਕ ਐਂਡ ਆਫ ਦਿਸ ਮੰਥ ਤੁਸੀਂ ਡਿਕਲੇਅਰ ਕਰ ਸਕਦੇ ਹੋ ਕਿ ਮੇਰਾ ਘਰ ਖਾਲੀ ਸੀ ਜਾਂ 6 ਮਹੀਨੇ ਤੋਂ ਜ਼ਿਆਦਾ ਖਾਲੀ ਸੀ। ਹਾਂਜੀ ਮੇਜਰ ਭਾਜੀ, ਜਿਹੜਾ ਕੈਲਕੂਲੇਸ਼ਨ ਆ ਹਾਂਜੀ ਉਹਦਾ ਕੀ ਹਿਸਾਬ ਕਿਤਾਬ ਆ? ਇਹ ਕਿੱਦਾਂ ਮਤਲਬ ਜਿਹੜੀ ਹੁਣ ਇਹ ਜਿੱਦਾਂ ਇਹ ਕਰਨਗੇ, ਕਿੱਦਾਂ ਇਹ ਗਾਹਾਂ ਅੱਗੇ ਇਹਨਾਂ ਦਾ ਕੀ ਕਿੱਦਾਂ ਮਤਲਬ ਕੈਲਕੂਲੇਸ਼ਨ ਦਾ ਕੀ ਹਿਸਾਬ ਵੀ ਜਿਹੜਾ ਟੈਕਸ ਲੱਗਣਾ? ਹਾਂਜੀ ਟੈਕਸ ਬਹੁਤ ਵਧੀਆ ਕੁਐਸਚਨ ਆ ਜੀ, ਵਧੀਆ ਤੁਸੀਂ ਇੱਕ ਆਮ ਨਾਗਰਿਕ ਦੀ ਤਰ੍ਹਾਂ ਇਹ ਮੈਨੂੰ ਕੁਐਸਚਨ ਪੁੱਟ ਕੀਤਾ, ਕਿਉਂਕਿ ਦੇਖੋ ਮੈਨੂੰ ਪਤਾ ਤੁਸੀਂ ਵੀ ਪ੍ਰੋਫੈਸ਼ਨਲ ਆਪਣੇ ਫੀਲਡ ਦੇ ਵਿੱਚ, ਮੈਂ ਹੁਣ ਰੀਅਲਟਰ ਹੈਗਾ, ਮੈਂ ਜਦੋਂ ਤਾਂ ਅਸੀਂ ਕਿਸੇ ਬੀਇੰਗ ਰੀਅਲਟਰ ਗੱਲ ਕਰਦੇ ਹੁੰਦੇ ਆ ਨਾ ਮੇਜਰ ਬਾਈ ਜੀ, ਉਦੋਂ ਅਸੀਂ ਬੜੀ ਟੈਕਨੀਕਲ ਜੀ ਬੋਲੀ ਚ ਬੋਲਦੇ ਆ ਤੇ ਉਹ ਅਗਲੇ ਉੱਪਰੋਂ ਲੰਘ ਜਾਂਦੀ ਆ। ਤਾਂ ਹੀ ਤਾਂ ਮੈਂ ਇੱਕ ਮਿੰਟ ਲਈ ਇੱਥੇ ਰੋਕਦਾ, ਤਾਂ ਹੀ ਤਾਂ ਆਪ ਜੀ ਨੂੰ ਹਫਤਾਵਾਰੀ ਪ੍ਰੋਗਰਾਮ ਦੇ ਵਿੱਚ ਆਪ ਜੀ ਨੂੰ ਕਾਲ ਕਰੀਦੀ ਆ ਕਿ ਬਸਰਾ ਸਾਹਿਬ ਕੀਮਤੀ ਟਾਈਮ, ਕਿਉਂ ਸਾਰੇ ਆਪਾਂ ਬਿਜ਼ੀ ਆ, ਇਸ ਮੁਲਕਾਂ ਦੇ ਵਿੱਚ ਤੁਰੇ ਫਿਰਦੇ ਆ, ਆਪ ਜੀ ਨੂੰ ਰਿਕੁਐਸਟ ਕਰਦੇ ਆ ਵੀ ਆਓ ਆ ਕੇ ਇੱਕ ਤੁਹਾਡੇ ਕੀਮਤੀ ਸਮੇਂ ਦੇ ਵਿੱਚ ਆਪਾਂ ਜਿੰਦਾਬਾਦ ਦੇ ਜਿਹਨੇ ਦਰਸ਼ਕ ਆ ਇਹਨਾਂ ਨੂੰ ਅਵੇਅਰਨੈਸ ਦਈਏ। ਇਹ ਵੱਧ ਤੋਂ ਵੱਧ ਜਿਹੜੀ ਅਵੇਅਰਨੈਸ ਇਹਨਾਂ ਦੇ ਵਿੱਚ ਜਾਊਗੀ, ਇਹਨਾਂ ਨੂੰ ਪਤਾ ਲੱਗੂਗਾ ਸਾਡੇ ਦਰਸ਼ਕਾਂ ਨੂੰ। ਕੈਰੀ ਪਰ ਇੱਕ ਗੱਲ ਦੱਸਾਂ ਮੇਜੇ ਬਾਈ, ਹੁਣ ਤੁਹਾਡੀ ਗੱਲ ਦੇ ਵਿੱਚੋਂ ਗੱਲ ਮੈਂ ਪੂਰਕ ਕਰਦਾ ਵਾਂ ਕਿ ਜਿਹੜਾ ਤੁਹਾਡਾ ਚੈਨਲ ਆ ਨਾ, ਮੈਂ ਬਹੁਤ ਵਾਰੀ ਅਸੀਂ ਹੁਣ ਦੇਖਦੇ ਆ, ਘਰ ਦੇ ਵੀ ਦੇਖਦੇ ਆ, ਮੇਰਾ ਫਰੈਂਡ ਸਰਕਲ ਦੇਖਦਾ, ਤੁਸੀਂ ਬੜੀ ਨਿੱਕੀ ਤੋਂ ਨਿੱਕੀ ਚੀਜ਼ ਜਿਹੜੀ ਇੱਥੇ ਮੈਂ ਦੇਖਿਆ ਕਈ ਵਾਰੀ ਮੇਨ ਸਟ੍ਰੀਮ ਦੇ ਵਿੱਚ ਇਗਨੋਰ ਹੋ ਜਾਂਦੀ ਆ, ਤੁਸੀਂ ਉਹ ਚੁੱਕਦੇ ਹੋ ਠੇਠ ਪੰਜਾਬੀ ਬੋਲੀ ਦੇ ਵਿੱਚ। ਇਹਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ ਤੇ ਤੁਹਾਨੂੰ ਅੱਗੇ ਲਈ ਮੈਂ ਸ਼ੁਭ ਇਛਾਵਾਂ ਵੀ ਦਿੰਦਾ ਕਿ ਤੁਸੀਂ ਆਮ ਚਰੀਆ ਜ਼ਿੰਦਗੀ ਦੇ ਵਿੱਚ ਜਿਹੜੀਆਂ ਚੀਜ਼ਾਂ ਵਿਚਰਦੀਆਂ ਨੇ ਤੇ ਉਹ ਚੀਜ਼ ਨੂੰ ਲੈ ਕੇ ਜਦੋਂ ਤੁਸੀਂ ਇਸ ਮੰਚ ਤੋਂ ਲੈ ਕੇ ਆਉਂਦੇ ਹੋ, ਇਹ ਬੜੀ ਵਧੀਆ ਚੀਜ਼ ਹੈਗੀ ਹੈ। ਹੁਣ ਜਿਹੜਾ ਤੁਸੀਂ ਕੈਲਕੂਲੇਸ਼ਨ ਵਾਲੀ ਗੱਲ ਕਹੀ ਆ ਨਾ ਮੇਜਰ ਬਾਈ ਜੀ, ਏਦਾਂ ਹੈਗਾ ਵਾ ਕਿ ਪਹਿਲੀ ਗੱਲ ਤਾਂ ਕਲੀਅਰ ਹੋ ਗਈ ਕਿ ਟੈਕਸ ਉਹਨਾਂ ਤੇ ਲੱਗਣਾ ਵਾ ਜਿਹੜੇ ਘਰ 6 ਮਹੀਨੇ ਤੋਂ ਜ਼ਿਆਦਾ ਖਾਲੀ ਪਏ ਸੀ। ਮੈਂ ਜਾਣ ਕੇ ਜੋੜ ਰਿਹਾ ਹੁਣ ਗੱਲ ਨੂੰ, ਲੇਕਿਨ ਟੈਕਸ ਲੱਗਣਾ ਕਿਵੇਂ ਆ? ਸਪੋਜ਼ ਕਰੋ ਤੁਹਾਨੂੰ ਪਤਾ ਜੀ ਆਪਾਂ ਨੂੰ ਸਾਲ ਬਾਅਦ ਇੱਕ ਮਿਊਨਿਸਪਲ ਅਸੈਸਮੈਂਟ ਦੀ ਲੈਟਰ ਆਉਂਦੀ ਹੁੰਦੀ ਆ ਘਰੇ, ਘਰਾਂ ਚ ਆਉਂਦੀ ਹੁੰਦੀ ਹੈ ਨਾ। ਉਹ ਕਈ ਜਿਹੜਾ ਨਵਾਂ ਜਿਹੜਾ ਬਾਹਰ ਹੁੰਦਾ ਘਰ ਖਰੀਦਿਆ ਨਾ, ਉਹ ਲੈਟਰ ਦੇਖ ਕੇ ਘਬਰਾ ਜਾਂਦਾ, ਉਹ ਕਹਿੰਦਾ ਜੀ ਘਰ ਤਾਂ ਜੀ ਤੁਸੀਂ ਬਸਰਾ ਸਾਹਿਬ ਸਾਨੂੰ ਲੈ ਕੇ ਦਿੱਤਾ ਵਾ ਮਿਲ ਜਾਂਦਾ, ਅਸੈਸਮੈਂਟ ਆਈ ਆ ਸਾਰੀ 6 ਲੱਖ ਦੀ। ਉਹ ਕਿਉਂਕਿ ਉਹਨਾਂ ਦਾ ਅਸੈਸਮੈਂਟ ਦਾ ਤਰੀਕਾ ਆਪਣਾ ਹੁੰਦਾ ਜੀ, ਮਾਰਕੀਟ ਵੈਲਿਊ। ਕੀ ਗੱਲ ਤੁਸੀਂ ਵੀ ਘਬਰਾ ਗਏ? ਨਹੀਂ ਘਬਰਾਉਣਾ ਹੁੰਦਾ ਨਾ ਕਈ ਵਾਰ, ਆਪਾਂ ਵੀ ਆਪਾਂ ਸਾਰੇ ਜੈਨੂਅਲ ਜਿਹਾ ਬੰਦੇ ਆ ਤੇ ਮਿਡਲ ਕਲਾਸ ਕਹਿ ਲਓ ਵੀ ਹੈ ਨਾ, ਹੈਂਡ ਟੂ ਮਾਊਥ ਆ ਵੀ, ਮੈਨੂੰ ਤਾਂ ਲੱਗਦਾ ਵੀ ਮੈਨੂੰ ਵੀ ਆਊਗਾ ਇਹ। ਨਹੀਂ ਮੈਂ ਤੁਹਾਨੂੰ ਦੱਸਦਾ, ਉਹ ਫਿਰ ਜਿਹੜੀ ਅਸੈਸਮੈਂਟ ਦੀ ਲੈਟਰ ਹੁੰਦੀ ਹੈ ਜੀ, ਉਹ ਐਮਪੈਕ ਦੇ ਥਰੂ ਆਉਂਦੀ ਹੁੰਦੀ ਹੈ। ਠੀਕ ਹੈ ਜੀ। ਤਾਂ ਹੁਣ ਹੋਇਆ ਕੀ, ਸਪੋਜ਼ ਕਰੋ ਆਪਾਂ ਐਗਜ਼ਾਮਪਲ ਲੈ ਕੇ ਗੱਲ ਕਰਦੇ ਆ, ਮੰਨ ਲਓ ਵੀ ਜਿਹੜਾ ਘਰ ਖਾਲੀ ਪਿਆ ਵਾ, ਠੀਕ ਹੈ ਜੀ, ਉਹਦੀ ਮਿਊਨਿਸਪਲ ਅਸੈਸਮੈਂਟ ਜਿਹੜੀ ਉਹ 1 ਮਿਲੀਅਨ ਆ, ਮੰਨ ਲਓ, ਠੀਕ ਹੈ ਜੀ 1 ਮਿਲੀਅਨ, ਠੀਕ ਹੈ ਜੀ 10 ਲੱਖ, ਉਹਦਾ ਹੁਣ 1% ਕਿੰਨਾ ਬਣਿਆ ਜੀ 10,000। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ, ਇਹ ਬਹੁਤ ਵੱਡਾ ਟੀਕਾ ਲਾਇਆ ਜੀ ਆਪਣੇ ਸਿਟੀ ਆਫ ਟੋਰਾਂਟੋ ਨੇ ਕਿ ਅਗਰ ਕੋਈ ਖਾਲੀ ਪ੍ਰਾਪਰਟੀ ਦੀ ਵੈਲਿਊ, ਅਸੈਸਮੈਂਟ ਵੈਲਿਊ 1 ਮਿਲੀਅਨ ਹੋਊਗੀ ਤਾਂ ਉਹਦਾ 1% ਬਣ ਗਿਆ 10,000। ਮੇਜਰ ਬਾਈ ਜੀ, ਉਸ ਪਰਿਵਾਰ ਨੂੰ ਜਾਂ ਉਸ ਮਾਲਕ ਮਕਾਨ ਨੂੰ $10,000 ਕੱਲਾ ਖਾਲੀ ਘਰ ਦਾ ਪੇ ਕਰਨਾ ਪੈਣਾ ਵਾ। ਪ੍ਰਾਪਰਟੀ ਟੈਕਸ ਅਲੱਗ ਤੇ ਜੇ ਖਾਲੀ ਆ ਉਹ ਅਲੱਗ। ਦੇਖੋ ਬਿਲਕੁਲ ਠੀਕ ਹੈ ਨਾ। ਸੋ ਹਲੇ ਤਾਂ ਮੈਂ ਤੁਹਾਨੂੰ ਇੱਕ 1 ਮਿਲੀਅਨ ਦੀ ਐਗਜ਼ਾਮਪਲ ਦੇ ਰਿਹਾ। ਫੋਰ ਐਗਜ਼ਾਮਪਲ ਉਸ ਘਰ ਦੀ ਵੈਲਿਊ 2 ਮਿਲੀਅਨ ਹੋਊਗੀ ਤਾਂ ਉਹ 2 ਲੱਖ ਬਣ ਜਾਣਾ 20,000। ਠੀਕ ਹੈ। ਸੋ ਟੀਕਾ ਜਿਹੜਾ ਵਾ ਉਹ ਮੋਟਾ ਟੀਕਾ ਵੱਡਾ ਹੀ ਆ। ਮੈਨੂੰ ਲੱਗਦਾ ਵੀ ਉਹ ਇੰਡੀਆ ਜਿਹੜੇ ਨਾ ਆਪਾਂ ਕਿਸੇ ਸਮੇਂ ਸਲੋਤਰਖਾਨੇ ਜਾਂਦੇ ਹੁੰਦੇ ਸੀ, ਲੱਗਦਾ ਉਹ ਹੋਊਗਾ। ਅੱਛਾ ਬਸਰਾ ਸਾਹਿਬ ਜੀ, ਫਿਰ ਹੁਣ ਇਹ ਦੱਸੋ ਵੀ ਇਹ ਤਾਂ ਲੱਗ ਗਿਆ ਟੈਕਸ, ਹੁਣ ਅਗਲਾ ਮੇਰਾ ਕੁਐਸਚਨ ਹੈ ਵੀ ਕਿਹੜੇ ਕਿਹੜੇ ਘਰਾਂ ਤੇ ਟੈਕਸ ਨਹੀਂ ਲੱਗਣ ਜਾ ਰਿਹਾ? ਬਹੁਤ ਵਧੀਆ ਜੀ ਮੇਜਰ ਸਾਹਿਬ, ਇਹ ਕੁਐਸਚਨ ਜੇ ਤੁਸੀਂ ਨਾ ਵੀ ਪੁੱਛਦੇ ਤਾਂ ਵੀ ਮੈਂ ਤੁਹਾਨੂੰ ਕਹਿਣਾ ਸੀਗਾ ਕਿ ਕਿਉਂਕਿ ਹੁਣ ਜਿਹੜੇ ਦਰਸ਼ਕ ਆਪਣਾ ਪ੍ਰੋਗਰਾਮ ਦੇਖ ਰਹੇ ਨੇ ਤੇ ਜਿਹੜੇ ਉਹ ਸਿਟੀ ਆਫ ਟੋਰਾਂਟੋ ਦੀ ਹੱਦ ਚ ਆ ਜਾਂਦੇ ਨੇ, ਕਿਉਂਕਿ ਆਪਾਂ ਹੁਣ ਪੀਲ ਰੀਜਨ ਵਾਲੇ ਚ ਆਉਂਦਾ ਬਰੈਂਪਟਨ, ਮਿਸੀਸਾਗਾ, ਕੈਲਡਨ। ਜੇ ਹੁਣ ਆਪਾਂ ਕਹੀਏ ਵੁੱਡ ਬ੍ਰਿਜ ਚ ਬੈਠੇ ਹੈਗੇ ਆਪਾਂ ਜਾਂ ਅਸੀਂ ਇਟੋਬੀਕੋ ਆ, ਉਹ ਸਾਰੇ ਸਿਟੀ ਆਫ ਟੋਰਾਂਟੋ ਦੀ ਹੱਦ ਚ ਆ ਜਾਂਦੇ ਆ। ਤਾਂ ਉੱਥੇ ਵੀ ਆਪਣਾ ਭਾਈਚਾਰਾ ਬਹੁਤ ਜ਼ਿਆਦਾ, ਈਵਨ ਆਪਣੇ ਸਿਟੀ ਆਫ ਟੋਰਾਂਟੋ ਮੇਨ ਚ ਵੀ ਆਪਣੇ ਭਾਈਚਾਰੇ ਦੇ ਬਹੁਤ ਪਰਿਵਾਰ ਹੈਗੇ ਨੇ। ਹੁਣ ਗੱਲ ਇਹ ਹੈਗੀ ਆ ਕਿ ਸਾਰੇ ਹੁਣ ਘਰ ਖਾਲੀ ਦੀ ਵੀ ਅੱਗੇ ਉਹਨਾਂ ਦੀ ਇੱਕ ਡੈਫੀਨੇਸ਼ਨ ਦੇਤੀ ਆ। ਪਹਿਲੀ ਗੱਲ ਤਾਂ ਮਹੀਨਿਆਂ ਦਾ ਧਿਆਨ ਰੱਖਣਾ ਕਿ ਜੇ ਮੰਨ ਲਓ ਘਰ ਸਿਰਫ 5 ਮਹੀਨੇ ਲਈ ਖਾਲੀ ਆ ਤੇ 7 ਮਹੀਨੇ ਵਿੱਚ ਕੋਈ ਰਿਹਾ ਵਾ, ਫੇਰ ਟੈਕਸ ਨਹੀਂ ਲੱਗਣਾ। ਓਕੇ, ਸਮਝ ਗਏ ਤੁਸੀਂ ਨਾ। ਮੰਨ ਲਓ ਜੇ ਸਪੋਜ਼ ਕਰੋ ਘਰ 3 ਮਹੀਨੇ ਖਾਲੀ ਤੇ 9 ਮਹੀਨੇ ਉਹ ਚ ਰਿਹਾ ਤਾਂ ਵੀ ਟੈਕਸ ਨਹੀਂ ਲੱਗਣਾ। ਇਹ ਬੜਾ ਇੰਟਰਸਟਿੰਗ ਹੈਗਾ ਵਾ। ਸਿਰਫ ਟੈਕਸ ਉਦੋਂ ਲੱਗਣਾ ਵਾ ਜਦੋਂ ਕੋਈ ਵੀ ਘਰ 6 ਮਹੀਨੇ ਜਾਂ ਉਸ ਤੋਂ 1 ਦਿਨ ਵੀ ਉੱਪਰ ਵੱਧ ਗਿਆ। You got my point ਨਾ। ਸੋ ਉਹਦੇ ਤੇ ਉਹਨਾਂ ਨੇ ਟੈਕਸ ਲਾ ਦੇਣਾ ਵਾ, ਜਿਹੜਾ ਮੈਂ ਤੁਹਾਨੂੰ ਦੱਸਿਆ 1% ਕੈਲਕੂਲੇਸ਼ਨ ਦੇ ਅਕੋਰਡਿੰਗ। ਹੁਣ ਕਿਹੜੇ ਘਰਾਂ ਦੇ ਉੱਪਰ ਉਹਨਾਂ ਨੇ ਟੈਕਸ ਨਹੀਂ ਲਾਉਣਾ, ਧਿਆਨ ਨਾਲ ਸਮਝਣ ਵਾਲੀ ਗੱਲ ਹੈਗੀ ਆ। ਵੀ ਮੰਨ ਲਓ ਘਰ ਆ, ਉਸ ਘਰ ਦੇ ਵਿੱਚ ਉਹਦਾ ਮਾਲਕ ਰਹਿੰਦਾ, ਜਿਹਨੂੰ ਆਪਾਂ ਬੋਲਦੇ ਆ ਐਜ਼ ਏ ਪ੍ਰਿੰਸੀਪਲ ਰੈਜ਼ੀਡੈਂਟ।
ਦੇਖੋ ਆਪਣਾ ਮੇਜਰ ਬਾਈ ਜੀ ਆਪਣੀ ਕਮਿਊਨਿਟੀ ਦੇ ਵਿੱਚ ਵੀ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਸਾਰਿਆਂ ਦੇ ਇੱਕ ਆਪਣਾ ਘਰ ਤੋਂ ਉੱਪਰ ਇਨਵੈਸਟਮੈਂਟਾਂ ਵੀ ਕੀਤੀਆਂ ਹੁੰਦੀਆਂ ਬਿਲਕੁਲ ਜੀ ਬਿਲਕੁਲ। ਜਿਹੜਾ ਘਰ ਆਪਣਾ ਮੇਨ ਘਰ ਹੁੰਦਾ ਉਹਨੂੰ ਆਪਾਂ ਪ੍ਰਿੰਸੀਪਲ ਰੈਜ਼ੀਡੈਂਟ ਬੋਲਦੇ ਆ। ਹਾਂਜੀ ਠੀਕ ਹੈ ਨਾ ਜੀ। ਜਿਹੜਾ ਅਸੀਂ ਜਿੱਥੇ ਸਾਡਾ ਪਰਿਵਾਰ ਰਹਿੰਦਾ, ਆਪਣੀਆਂ ਮੇਲਸ ਆਉਂਦੀਆਂ, ਆਪਣੇ ਯੂਟਿਲਿਟੀਜ਼ ਦੇ ਲੈਟਰ ਆਉਂਦੇ ਆ। ਸੋ ਇਹ ਗੱਲ ਦਰਸ਼ਕ ਜ਼ਰੂਰ ਧਿਆਨ ਰੱਖਣ ਕਿ ਜਿਸ ਘਰ ਦੇ ਵਿੱਚ ਤੁਸੀਂ ਐਜ਼ ਪ੍ਰਿੰਸੀਪਲ ਰੈਜ਼ੀਡੈਂਟ ਜਾਂ ਉਸ ਘਰ ਦੇ ਮਾਲਕ ਦੇ ਰੂਪ ਵਿੱਚ ਰਹਿ ਰਹੇ ਹੋ, ਉਸ ਘਰ ਦੇ ਉੱਪਰ ਟੈਕਸ ਜਿਹੜਾ ਵਾ ਵੇਕੈਂਟ ਹੋਮ ਦਾ ਉਹ ਨਹੀਂ ਲੱਗਣਾ। ਦੂਜੀ ਕੈਟਾਗਰੀ ਦੇ ਵਿੱਚ ਉਹ ਘਰ ਆਉਂਦੇ ਆ, ਸਪੋਜ਼ ਕਰੋ ਵੀ ਮੇਰਾ ਘਰ ਹੈਗਾ ਵਾ, ਹਾਂਜੀ, ਮੇਜਰ ਬਾਈ ਜੀ ਮੇਰੇ ਦੋਸਤ ਆ, ਮੈਂ ਆਪਣਾ ਉਸ ਘਰ 'ਚ ਰਹਿੰਦਾ ਹੋਵਾਂ ਤੇ ਮੇਜਰ ਬਾਈ ਜੀ ਨੂੰ ਮੈਂ ਬੀਇੰਗ ਫਰੈਂਡ ਜਾਂ ਮੈਂ ਆਪਣੇ ਕਿਸੇ ਰਿਲੇਟਿਵ ਨੂੰ ਡਿਕਲੇਅਰ ਕਰਦਾ ਕਿ ਮੇਰੀ ਜਗ੍ਹਾ ਤੇ ਇਸ ਬੰਦੇ ਨੇ ਇਸ ਘਰ ਦੇ ਵਿੱਚ ਰਹਿਣਾ। ਚਲੋ ਆਪਾਂ ਐਗਜ਼ਾਮਪਲ ਤੁਹਾਡੀ ਲੈ ਲੈਂਦੇ ਹਾਂ ਵੀ ਮੇਰੇ ਕੋਲ ਘਰ ਆ ਟੋਰਾਂਟੋ ਦੇ ਵਿੱਚ, ਸੋਚੋ, ਤੇ ਮੈਂ ਮੇਜਰ ਬਾਈ ਜੀ ਤੇ ਇਹਨਾਂ ਦੇ ਪਰਿਵਾਰ ਨੂੰ ਕਹਾਂ ਕਿ ਵੀ ਮੈਂ ਨਹੀਂ ਇੱਥੇ ਰਹਿਣਾ, ਵੀ ਮੈਂ ਮੂਵ ਹੋ ਰਿਹਾ, ਤੁਸੀਂ ਮੇਰੇ ਘਰ 'ਚ ਰਹਿ ਲਓ, ਤਾਂ ਉਸ ਘਰ ਦੇ ਉੱਪਰ ਵੀ ਕੋਈ ਟੈਕਸ ਨਹੀਂ ਲੱਗਣਾ। ਉਹ ਅੱਛਾ ਜੀ, ਸਿਰਫ ਪ੍ਰਾਪਰਟੀ ਟੈਕਸ ਲੱਗੂ ਜਿਹੜਾ ਆਪਾਂ ਦਿੰਨੇ ਆ। ਠੀਕ ਹੈ ਜੀ। ਕਿੰਨੀਆਂ ਕੈਟਾਗਰੀਜ਼ ਹੋ ਗਈਆਂ? 2 ਜੀ। 2 ਹੋ ਗਈ। ਤੀਸਰਾ ਸਪੋਜ਼ ਕਰੋ ਕਿ ਮੇਰਾ ਉਹੀ ਘਰ ਟੋਰਾਂਟੋ ਵਾਲਾ ਤੇ ਮੇਜਰ ਬਾਈ ਜੀ ਤੁਸੀਂ ਹੈਗੇ ਮੇਰੇ ਟੈਨੈਂਟ, ਮੇਰੇ ਕਿਰਾਏਦਾਰ, ਠੀਕ ਹੈ, ਤੇ ਮੈਂ ਤੁਹਾਡੇ ਦੇ ਨਾਲ ਮਿਨੀਮਮ 30 ਦਿਨਾਂ ਦੀ ਲੀਜ਼ ਕਰਨੀ ਆ। ਵੈਸੇ ਤਾਂ ਆਪਾਂ 12 ਮਹੀਨੇ ਦੀ ਕਰਦੇ ਆ, 30 ਦਿਨਾਂ ਦਾ ਮਤਲਬ ਹੋ ਗਿਆ 1 ਮਹੀਨਾ। ਸੋ ਜੇ ਤੁਸੀਂ ਮੇਰੇ ਨਾਲ ਰਿਟਨ ਕੋਈ ਲੀਜ਼ ਕਰ ਲੈਂਦੇ ਹੋ ਤੇ ਤੁਸੀਂ ਉਹ ਚ ਰਹਿੰਦੇ ਹੋ 12 ਮਹੀਨੇ, 6 ਮਹੀਨੇ, 3 ਮਹੀਨੇ ਜਾਂ 1 ਮਹੀਨਾ ਘੱਟ ਤੋਂ ਘੱਟ, ਤਾਂ ਉਸ ਘਰ ਦੇ ਉੱਪਰ ਮੇਜਰ ਬਾਈ ਜੀ ਟੈਕਸ ਨਹੀਂ ਲੱਗਣਾ। ਸੋ ਸਿੱਧਾ ਜੇ ਆਮ ਬੋਲੀ ਚ ਕਹਾਂ, ਜਿਸ ਘਰ ਦੇ ਵਿੱਚ ਤੁਸੀਂ ਕਿਰਾਏਦਾਰ ਰੱਖ ਲੈਂਦੇ ਹੋ ਉਹ ਤੇ ਟੈਕਸ ਨਹੀਂ ਲੱਗਣਾ। ਠੀਕ ਹੈ। ਅਸਲੀ ਕੀ ਆ ਇਹਦਾ, ਜਿਹੜਾ ਨਟਸ਼ੈਲ ਕੀ ਆ, ਹੁਣ ਮੈਂ ਹੋਰ ਵੀ ਦੱਸਦਾ ਕਿ ਸਰਕਾਰ ਚਾਹੁੰਦੀ ਆ, ਸਿਟੀ ਆਫ ਟੋਰਾਂਟੋ ਇਹ ਚਾਹੁੰਦੀ ਆ ਵੀ ਘਰ ਖਾਲੀ ਨਾ ਰਵੇ, ਉਹੀ ਨਾ ਚਾਮ ਚੜਿੱਕਾਂ ਫਰੀ ਜਾਣ ਉਹਦੇ ਅੰਦਰ, ਵੀ ਉਹਦੇ ਚ ਕੋਈ ਨਾ ਕੋਈ ਵਸਦਾ ਹੋਵੇ। ਬਿਲਕੁਲ ਜੀ। ਸੋ ਇਹ ਗੱਲ ਹੈਗੀ ਆ। ਉਸ ਤੋਂ ਬਾਅਦ ਜੀ ਜਿਹੜੀ ਟੈਨੈਂਟ ਪ੍ਰਾਪਰਟੀ ਤੋਂ ਬਾਅਦ ਕੁਝ ਘਰਾਂ ਨੂੰ ਇਹਨਾਂ ਨੇ ਐਲੀਜੀਬਲ ਐਗਜ਼ੈਂਪਸ਼ਨ ਕੈਟਾਗਰੀ ਚ ਲਿਆਉਂਦਾ, ਜਿਹੜਾ ਮੈਂ ਅੱਗੇ ਜਾ ਕੇ ਤੁਹਾਡੇ ਨਾਲ ਗੱਲ ਕਰੂੰ ਕਿ ਛੋਟਾਂ ਕਿਹੜੀਆਂ ਮੈਂ ਬਿਲਕੁਲ ਜੀ, ਤੁਸੀਂ ਮੈਂ ਆਲਰੇਡੀ, ਕਿਉਂ ਮੇਰਾ ਨੈਕਸਟ ਕੁਐਸਚਨ ਵੀ ਇਹੀ ਆਉਣਾ ਜੀ ਤੁਹਾਡੇ ਲਈ, ਮੈਂ ਸਪੈਸ਼ਲ ਕਿਉਂ ਇਹ ਆਪਾਂ ਆ ਤਾਂ ਹੋ ਗਿਆ, ਕਿਉਂ ਜਿੰਨੇ ਵੀ ਆਪਣੇ ਜਿੰਦਾਬਾਦ ਦੇ ਦਰਸ਼ਕ ਇਸ ਵੇਲੇ ਦੇਖ ਰਹੇ ਆ ਉਹਨਾਂ ਨੂੰ ਆਪਾਂ ਇਹ ਇੱਕ ਕਹਿੰਦੇ ਨੇ ਜਦੋਂ ਕੋਈ ਪ੍ਰੋਬਲਮ ਆਉਂਦੀ ਆ ਉਹ ਫੇਸ ਕਰਨਾ, ਉਹਨਾਂ ਨੂੰ ਪਤਾ ਵੀ ਲੱਗੇ ਬਈ ਇਹ ਤੋਂ ਅਸੀਂ ਕਿੱਦਾਂ ਬਚਣਾ, ਇਹ ਚੋਂ ਨਿਕਲਣਾ ਕਿੱਦਾਂ। ਕੀ ਬਾਤ ਕਹਿ ਰਹੀ ਹੋ। ਹੁਣ ਇਹਦੇ ਵਿੱਚ ਕੀ ਹੈਗਾ ਮੇਜਰ ਬਾਈ ਜੀ, ਵੀ ਜਿਵੇਂ 4 ਕੈਟਾਗਰੀਆਂ ਦੱਸਤੀਆਂ ਵੀ ਘਰ ਦੇ ਵਿੱਚ ਕੋਈ ਨਾ ਕੋਈ ਰਹਿੰਦਾ ਹੋਣਾ ਚਾਹੀਦਾ ਵਾ। ਹੁਣ ਸਪੋਜ਼ ਕਰੋ ਘਰ ਦੇ ਵਿੱਚ ਕੋਈ ਨਹੀਂ ਰਹਿੰਦਾ, ਹਾਂਜੀ, ਠੀਕ ਹੈ ਜੀ। ਮੈਂ ਆਪਣੇ ਉਹੀ ਐਗਜ਼ਾਮਪਲ ਦਾ, ਮੰਨ ਲਓ ਮੇਰੇ ਕੋਲ ਟੋਰਾਂਟੋ ਘਰ ਆ ਤੇ ਉਹ ਘਰ ਕਿਸੇ ਕਾਰਨ ਕਰਕੇ ਮੈਨੂੰ ਖਾਲੀ ਰੱਖਣਾ ਪੈ ਗਿਆ, ਬਟ ਮੈਂ ਇਹ ਵੀ ਚਾਹੁੰਦਾ ਕਿ ਉਹ ਤੇ ਟੈਕਸ ਨਾ ਲੱਗੇ। ਉਹਨੂੰ ਆਪਾਂ, ਜਿਹੜਾ ਤੁਸੀਂ ਮੈਨੂੰ ਕੁਐਸਚਨ ਪੁੱਟ ਕੀਤਾ ਵੀ ਛੋਟਾਂ ਕਿੱਥੇ ਕਿੱਥੇ ਆ, ਜਿਹਨੂੰ ਉਹਨਾਂ ਦੇ ਸਿਟੀ ਦੀ ਬਾਈ ਲਾਅ ਦੇ ਵਿੱਚ ਜਿਹੜਾ ਵਰਡ ਪਾਇਆ ਹੋਇਆ ਉਹ ਪਾਇਆ ਹੋਇਆ ਐਗਜ਼ੈਂਪਸ਼ਨਸ। ਠੀਕ, ਐਗਜ਼ੈਂਪਸ਼ਨਸ ਮੈਂ ਦਰਸ਼ਕਾਂ ਨੂੰ ਇਹ ਵੀ ਦੱਸਦਾ ਕਿ ਜੇ ਤੁਸੀਂ ਸਿਟੀ ਆਫ ਟੋਰਾਂਟੋ ਦੀ ਵੈਬਸਾਈਟ ਦੇ ਉੱਪਰ ਜਾਣੇ ਵੀ ਹੋ, ਕਿਉਂਕਿ ਇਹ ਨਵਾਂ ਇਹਨਾਂ ਨੇ ਆਪਾਂ ਨੂੰ ਆਪਣੀ ਝੋਲੀ 'ਚ ਗਿਫਟ ਪਾਇਆ, ਤੁਸੀਂ ਸਾਰੇ ਉੱਤੇ ਬੜਾ ਕਲੀਅਰ ਪੜ੍ਹ ਸਕਦੇ ਹੋ। ਥੋੜੀ ਜਿਹੀ ਲੀਗਲ ਲੈਂਗੁਏਜ 'ਚ ਲਿਖਿਆ ਹੋਇਆ, ਆਪਾਂ ਤਾਂ ਚਲੋ ਆਪਣੀ ਪੰਜਾਬੀ ਮਾਂ ਬੋਲੀ ਦੇ ਵਿੱਚ ਇਹ ਗੱਲ ਕਰ ਰਹੇ ਹਾਂ। ਹੁਣ ਛੋਟਾਂ ਦੇ ਵਿੱਚ ਕੀ ਆਉਂਦਾ ਵਾ, ਸਪੋਜ਼ ਕਰੋ ਵੀ ਕੋਈ ਘਰ ਖਾਲੀ ਇਸ ਕਰਕੇ ਹੋ ਗਿਆ ਕਿਉਂਕਿ ਮਾਲਕ ਮਕਾਨ ਦੀ, ਓਨਰ ਦੀ ਜਾਂ ਪ੍ਰਿੰਸੀਪਲ ਰੈਜ਼ੀਡੈਂਟ ਦੀ ਡੈਥ ਹੋ ਗਈ। ਮੰਨ ਲਓ 2022 ਦੇ ਵਿੱਚ ਕਿਸੇ ਘਰ ਦੇ ਵਿੱਚ ਮਈ ਦੇ ਮਹੀਨੇ ਦੇ ਵਿੱਚ ਉਸ ਓਨਰ ਦੀ ਡੈਥ ਹੋ ਜਾਂਦੀ ਹੈ ਜੀ। ਮਈ ਕਿੰਨਵਾਂ ਮਹੀਨਾ ਹੁੰਦਾ ਜੀ? 5ਵਾਂ। 12 ਤੱਕ ਜਾਂਦੇ ਕਿੰਨੇ ਮਹੀਨੇ ਬਣ ਗਏ? 7। ਹੁਣ ਉਹ ਘਰ ਖਾਲੀ ਹੋ ਗਿਆ ਕਿਉਂਕਿ ਉਹਦੀ ਡੈਥ ਹੋ ਗਈ। ਤਾਂ ਉਹ ਹੁਣ ਜਦੋਂ ਸਿਟੀ ਆਫ ਟੋਰਾਂਟੋ ਵਾਲਿਆਂ ਨੂੰ ਤੁਸੀਂ 2023 ਦੀ 28 ਫਰਵਰੀ ਤੱਕ ਡਿਕਲੇਅਰ ਕਰਨਾ ਕਿ ਸਾਡਾ ਘਰ ਖਾਲੀ ਤਾਂ ਸੀਗਾ ਬਟ ਉੱਥੇ ਓਨਰ ਦੀ ਡੈਥ ਹੋ ਚੁੱਕੀ ਹੈ ਇਸ ਕਰਕੇ ਖਾਲੀ ਆ, ਤਾਂ ਉਹਦੇ ਤੇ ਟੈਕਸ ਨਹੀਂ ਲੱਗੂਗਾ। ਹੁਣ ਤੁਸੀਂ ਮੈਨੂੰ ਤੁਸੀਂ ਦੱਸੋ ਮੇਜਰ ਬਾਈ ਜੀ ਕਿ ਉਹ ਕਿਵੇਂ ਪ੍ਰੂਫ ਕਰਾਂਗੇ ਵੀ ਉਹ ਘਰ 'ਚ ਡੈਥ ਹੋਈ ਆ, ਕਿਉਂਕਿ ਆਪਾਂ ਡੈਥ ਸਰਟੀਫਿਕੇਟ ਬਣਾਉਂਦੇ ਆ, ਇੰਸ਼ੋਰੈਂਸ ਨੂੰ ਵੀ ਦੇਣਾ ਹੁੰਦਾ ਵਾ। ਸੋ ਉਹ ਫਿਰ ਉਹ ਸਿਟੀ ਵਾਲੇ ਕਹਿਣਗੇ ਓਕੇ ਜੇ ਤੁਹਾਡੇ ਘਰ 'ਚ ਕਿਸੇ ਦੀ ਡੈਥ ਹੋਈ ਆ, ਵਾਹਿਗੁਰੂ ਨਾ ਕਰੇ, ਤਾਂ ਤੁਸੀਂ ਸਾਨੂੰ ਡੈਥ ਸਰਟੀਫਿਕੇਟ ਪ੍ਰੋਵਾਈਡ ਕਰੋ, ਤਾਂ ਉਸ ਘਰ ਤੇ ਟੈਕਸ ਜਿਹੜਾ ਵਾ ਉਹ ਨਹੀਂ ਲੱਗਦਾ। ਦੂਜੀ ਛੋਟ ਹੈਗੀ ਆ ਜੀ, ਸਪੋਜ਼ ਕਰੋ ਤੁਸੀਂ ਘਰ ਬਾਏ ਕੀਤਾ 2022 ਦੀ ਜਨਵਰੀ ਫਰਵਰੀ 'ਚ, ਆਪਾਂ ਆਪਣੇ ਭਾਈਚਾਰੇ 'ਚ ਕਈ ਵਾਰੀ ਕਹਿ ਦਿੰਦੇ ਨਾ ਵੀ ਆਪਾਂ ਘਰ ਰਿਪੇਅਰ ਕਰਕੇ ਇਹਨੂੰ ਅੱਗੇ ਜਾ ਕੇ ਵੇਚਣਾ, ਰੈਨੋਵੇਸ਼ਨ ਕਰਨੀ ਆ। ਸੋ ਜਿਹੜੇ ਘਰ ਦੇ ਵਿੱਚ ਕੋਈ ਲੰਬੀ ਰਿਪੇਅਰ ਜਾਂ ਰੈਨੋਵੇਸ਼ਨ ਚੱਲਦੀ ਹੋਵੇ, ਜਿਹੜੀ 6 ਮਹੀਨੇ ਤੋਂ ਜ਼ਿਆਦਾ ਚੱਲਣੀ ਹੋਵੇ, ਲੇਕਿਨ ਉਹਦੇ 'ਚ ਰਹਿੰਦਾ ਕੋਈ ਨਾ ਹੋਵੇ, ਉਸ ਘਰ ਦੇ ਉੱਪਰ ਟੈਕਸ ਨਹੀਂ ਲੱਗਣਾ। ਲੇਕਿਨ ਪ੍ਰੂਫ ਕਿੱਥੋਂ ਕਰੋਗੇ? ਪ੍ਰੂਫ ਕਿੱਥੋਂ ਕਰੋਗੇ? ਠੇਕੇਦਾਰ ਤੋਂ, ਜਿਹੜੇ ਆਪਾਂ ਕੰਟਰੈਕਟ ਕਰਨਾ, ਜਿਸ ਤੋਂ ਆਪਾਂ ਘਰ ਦੇ ਅੰਦਰ ਰੈਨੋਵੇਸ਼ਨ ਕਰਾਉਣੀ ਆ, ਤੁਹਾਨੂੰ ਬਿੱਲ ਬੱਤੀਆਂ ਸਾਰਾ ਦਊਗਾ। ਤਾਂ ਉਹ ਤੁਸੀਂ ਸਿਟੀ ਆਫ ਟੋਰਾਂਟੋ ਦੀ ਵੈਬਸਾਈਟ ਤੇ ਜਾ ਕੇ ਸਕੈਨ ਕਰਕੇ ਦੇ ਦੇਣੀ ਆ ਕਿ ਭਾਈ ਮੈਂ ਘਰ ਖਰੀਦਿਆ ਲੇਕਿਨ ਉਸ ਘਰ ਦੇ ਵਿੱਚ ਕੋਈ ਨਹੀਂ ਰਹਿੰਦਾ। ਕਿਉਂ ਨਹੀਂ ਰਹਿੰਦਾ? ਕਿਉਂਕਿ ਮੈਂ ਆਪਣੇ ਘਰ ਨੂੰ ਅੰਦਰੋਂ ਚੇਂਜ ਕਰ ਰਿਹਾ, ਉਹਦੇ ਫਲੋਰ ਬਦਲ ਰਹੇ, ਉਹਦੀਆਂ ਛੱਤਾਂ ਜੋ ਹੈਗਾ ਵਾ। ਸੋ ਰਿਪੇਅਰ ਐਂਡ ਉਹਦੇ ਵਿੱਚ ਵੀ। ਦੂਸਰਾ ਇਹ ਹੈਗਾ, ਸਪੋਜ਼ ਕਰੋ ਮੈਂ ਘਰ ਲਿਆ, ਵਾਹਿਗੁਰੂ ਨਾ ਕਰੇ ਵੀ ਮੈਂ ਘਰ ਦੀ ਪੋਜੈਸ਼ਨ ਲੈਣ ਤੋਂ ਬਾਅਦ ਕਿਸੇ ਮੈਡੀਕਲ ਕੇਅਰ 'ਚ ਚਲਾ ਗਿਆ, ਮੈਂ ਬਿਮਾਰ ਹੋ ਗਿਆ, ਜਾਂ ਮੈਂ ਸਪੋਜ਼ ਕਰੋ ਮੇਰੀ ਉਮਰ ਬਹੁਤ, ਮੈਂ ਬੁਢਾਪੇ 'ਚ ਆ,
ਤਾਂ ਮੈਨੂੰ ਕਿਸੇ 올ਡ ਏਜ ਹੋਮ ਦੇ ਵਿੱਚ ਜਾਣਾ ਪੈ ਗਿਆ ਤੇ ਘਰ ਪਿੱਛੋਂ ਖਾਲੀ ਹੋ ਗਿਆ, ਹਾਂਜੀ। ਤਾਂ ਮੇਜਰ ਬਾਈ ਜੀ ਉਸ ਘਰ ਦੇ ਉੱਪਰ ਵੀ ਛੋਟ ਆ ਕਿ ਉੱਤੇ ਟੈਕਸ ਨਹੀਂ ਲੱਗਣਾ। ਲੇਕਿਨ ਪ੍ਰੂਫ ਕਿਵੇਂ ਕਰੋਗੇ? ਜਿਸ 올ਡ ਏਜ ਹੋਮ ਦੇ ਵਿੱਚ ਤੁਸੀਂ ਜਾਂ ਮੈਂ ਗਿਆ ਉੱਥੋਂ ਸਰਟੀਫਿਕੇਟ ਲੈ ਕੇ ਦੇਣਾ ਕਿ ਹੀ ਔਰ ਸ਼ੀ ਇਜ਼ ਲਿਵਿੰਗ ਇਨ ਆਵਰ ਹੋਮ ਕੇਅਰ, ਸੋ ਉਹਦੇ ਤੇ ਟੈਕਸ ਨਹੀਂ ਲੱਗਣਾ। ਤੁਹਾਨੂੰ ਇੱਕ ਇੰਟਰਸਟਿੰਗ ਗੱਲ ਆ, ਜਦੋਂ ਖਤਮ ਕਰੂੰਗਾ ਮੈਂ ਐਂਡ ਤੇ ਦੱਸੂਗਾ ਵੀ ਫੇਰ ਵੀ ਸਿਟੀ ਨੇ ਸਾਡੇ ਤੇ ਨਜ਼ਰ ਰੱਖਣੀ ਆ। ਦੂਸਰਾ ਇਹ ਹੈਗਾ ਵਾ ਬਾਈ ਜੀ, ਆ ਜਿਹੜਾ ਪੁਆਇੰਟ ਆ ਇਹ ਬੜਾ ਇੰਟਰਸਟਿੰਗ ਹੈਗਾ ਵਾ, ਤੇ ਇਹਦੇ ਲਈ ਹੁਣ ਸਾਡੇ ਬਾਇਰਸ ਐਂਡ ਸੈਲਰਸ ਨੂੰ ਬਹੁਤ ਧਿਆਨ ਰੱਖਣਾ ਪੈਣਾ। ਉਸ ਘਰ ਦੇ ਉੱਪਰ ਵੀ ਛੋਟ ਆ, ਜਿਹੜੇ ਘਰ ਸਪੋਜ਼ ਕਰੋ ਵੀ 6 ਮਹੀਨੇ ਤੋਂ ਜ਼ਿਆਦਾ ਖਾਲੀ ਤਾਂ ਹੈਗਾ, ਉਹ ਕਹਿੰਦੇ ਸੀ ਟੈਕਸ ਲਾਉਣਾ, ਲੇਕਿਨ ਮੈਂ ਸੈਲਰ ਸੀਗਾ, ਤੁਸੀਂ ਮੇਰੇ ਤੋਂ ਖਰੀਦ ਲਿਆ, ਠੀਕ ਹੈ ਜੀ, ਖਰੀਦ ਲਿਆ ਜੀ, ਤੇ ਤੁਸੀਂ ਕਿਹਾ ਵੀ ਮੇਰੀ ਕਲੋਜ਼ਿੰਗ ਹੋਣੀ ਆ ਜਾ ਕੇ 2023 ਦੀ ਜਨਵਰੀ, ਫਰਵਰੀ, ਮਾਰਚ, ਅਪ੍ਰੈਲ ਕਿਸੇ ਚ, ਡੀਲ ਹੋਈ ਸਾਡੀ 22 ਚ ਤੇ ਚਾਬੀ ਮਿਲਣੀ ਆ 23 ਚ, ਲੇਕਿਨ ਘਰ ਪਿੱਛੋਂ 6 ਮਹੀਨੇ ਖਾਲੀ ਪਿਆ। ਤੁਸੀਂ ਕਹੋਗੇ ਸੈਲਰ ਦਊਗਾ, ਮੈਂ ਕਹੂੰਗਾ ਨਵਾਂ ਬਾਇਰ ਦਊਗਾ। ਸੋ ਧਿਆਨ ਨਾਲ ਇਹ ਦਰਸ਼ਕ ਮੇਰੇ ਗੱਲ ਸਮਝ ਲੈਣ ਕਿ ਜੇ ਕਿਸੇ ਘਰ ਦੀ ਡੀਲ ਟੋਰਾਂਟੋ ਸਿਟੀ ਦੇ ਵਿੱਚ 2022 ਦੇ ਵਿੱਚ ਹੋ ਗਈ ਤੇ ਉਹਦੀ ਚਾਬੀ, ਜਿਹਨੂੰ ਆਪਾਂ ਸਾਡੀ ਭਾਸ਼ਾ 'ਚ ਬੋਲਦੇ ਆ ਕਲੋਜ਼ਿੰਗ, ਤੇ ਉਹਦੀ ਕਲੋਜ਼ਿੰਗ ਅਗਰ 2023 ਦੇ ਕਿਸੇ ਮਹੀਨੇ 'ਚ ਜਾ ਕੇ ਹੋਣੀ ਹੋਊਗੀ ਤਾਂ ਉਹਦੇ ਤੇ ਟੈਕਸ ਨਹੀਂ ਲੱਗਣਾ। ਲੇਕਿਨ ਤੁਸੀਂ ਸਿਟੀ ਆਫ ਟੋਰਾਂਟੋ ਨੂੰ ਉਹ ਜਿਹੜਾ ਆਪਣਾ ਟ੍ਰਾਂਜੈਕਸ਼ਨ ਵਾਲੇ ਵਕੀਲ ਤੋਂ ਸਾਨੂੰ ਕਾਗਜ਼ ਮਿਲਦੇ ਆ, ਲੈਂਡ ਟ੍ਰਾਂਸਫਰ ਟੈਕਸ ਜਿਹੜਾ ਵਾ, ਉਹ ਤੁਸੀਂ ਉਹਨਾਂ ਨੂੰ ਦਿਖਾਉਣਾ ਵਾ ਵੀ ਆਹ ਦੇਖੋ ਕਿ ਮੈਂ ਮੇਜਰ ਬਾਈ ਤੋਂ ਇਹ ਘਰ ਖਰੀਦਿਆ ਵਾ, ਇਹ ਉੱਥੋਂ ਮੂਵ ਹੋ ਗਏ ਨੇ ਤੇ ਸਾਡੀ ਕਲੋਜ਼ਿੰਗ 2023 ਚ ਹੋਣੀ ਆ। ਸੋ ਇਹਨੂੰ ਇੱਕ ਸ਼ਬਦ ਚ ਕਹਿਣਾ ਹੋਵੇ ਤਾਂ ਤੁਸੀਂ ਇਹਨੂੰ ਅਸੀਂ ਇਹ ਕਹਿ ਸਕਦੇ ਆ, ਸੇਲ ਵਾਲੀ ਜਿਹੜੀ ਆਪਣੇ ਪੇਪਰਸ ਨੇ ਉਹ ਤੁਸੀਂ ਸਿਟੀ ਆਫ ਟੋਰਾਂਟੋ ਦੀ ਵੈਬਸਾਈਟ ਤੇ ਪਾ ਦੇਣੇ ਆ ਕਿ ਇਸ ਕਰਕੇ ਅਸੀਂ ਤਾਂ ਉੱਥੇ ਰਹੇ ਨਹੀਂ ਹੈਗੇ ਕਿਉਂਕਿ ਸਾਨੂੰ ਚਾਬੀ ਲੇਟ ਮਿਲੀ ਆ। ਠੀਕ ਹੈ ਜੀ, ਓਕੇ। ਲਾਸਟ ਹੈਗਾ ਬਾਜੀ ਆਪਣਾ, ਸਪੋਜ਼ ਕਿਸੇ ਪ੍ਰਾਪਰਟੀ ਦਾ ਕਚਹਿਰੀਆਂ ਚ ਰੌਲਾ, ਕਚਹਿਰੀਆਂ ਚ ਮੇਲੇ ਲੱਗਦੇ, ਠੀਕ ਹੈ ਜੀ, ਜਦੋਂ ਮੈਂ ਵੱਡੇ ਕਰਦਾ ਜਦੋਂ ਪੈਂਦੀ ਆ ਤਰੀਕੇ ਸੇ ਜੱਟ ਦੀ, ਠੀਕ ਹੈ ਨਾ। ਸੋ ਹੈ ਕੀ ਆ ਕਿ ਅਗਰ ਕਿਸੇ ਪ੍ਰਾਪਰਟੀ ਦੇ ਬਾਰੇ ਚ ਕੋਰਟ ਨੋਟਿਸ ਆਇਆ ਹੋਵੇ, ਮੰਨ ਲਓ ਸਪੋਜ਼ ਕਰੋ ਬਈ ਮੇਰੇ ਘਰ ਦਾ ਰੌਲਾ ਵਾ, ਹਾਂਜੀ, ਕਿਸੇ ਨਾਲ ਵੀ, ਜਾਂ ਟੈਨੈਂਟ ਨਾਲ ਜਾਂ ਰਿਸ਼ਤੇਦਾਰ ਨਾਲ, ਤੇ ਮੈਨੂੰ ਕੋਰਟ ਨੋਟਿਸ ਆ ਗਿਆ ਕਿ ਇਹ ਘਰ ਤੁਸੀਂ ਇਹ ਚ ਰਹਿ ਨਹੀਂ ਸਕਦੇ। ਹੁਣ ਜਿੰਨੀ ਤੇ ਦੇਰ ਤੱਕ ਕੋਰਟ ਮੈਨੂੰ ਉਸ ਚੀਜ਼ ਤੋਂ ਰਿਲੀਜ਼ ਨਹੀਂ ਕਰੂਗੀ, ਡਿਸਚਾਰਜ ਨਹੀਂ ਕਰੂਗੀ, ਉਹ ਘਰ ਖਾਲੀ ਰਹੂਗਾ। ਹਾਂਜੀ, ਠੀਕ ਹੈ ਜੀ, ਉਹ ਇੱਕ ਵੀਰਾਨ ਹਵੇਲੀ ਦਾ ਰੂਪ ਧਾਰਨ ਕਰ ਜੂਗਾ। ਸੋ ਉਹ ਕਿਉਂਕਿ ਕੋਰਟਾਂ ਦੇ ਫੈਸਲੇ ਤੁਹਾਨੂੰ ਪਤਾ ਕਈ ਵਾਰੀ ਜਲਦੀ ਨਹੀਂ ਹੁੰਦੇ, ਸੋ ਉਸ ਘਰ ਦੇ ਉੱਪਰ ਵੀ ਟੈਕਸ ਨਹੀਂ ਲੱਗੂਗਾ। ਠੀਕ ਹੈ ਜੀ, ਤਾਂ ਸ਼ੋਰਟ ਹੋ ਗਿਆ। ਤੇ ਇੱਕ ਬੜਾ ਇੰਟਰਸਟਿੰਗ ਜਿਹਾ ਵਾ, ਜੇ ਹੁਣ ਮੈਂ ਮੇਜਰ ਬਾਈ ਦੀ ਐਗਜ਼ਾਮਪਲ ਦੇ ਕੇ ਗੱਲ ਕਰਦਾ। ਮੇਜਰ ਬਾਈ ਜੀ ਸਪੋਜ਼ ਕਰੋ ਵੀ ਤੁਹਾਡਾ ਘਰ ਆ ਟੋਰਾਂਟੋ ਦੇ ਵਿੱਚ, ਠੀਕ ਹੈ, ਔਰ ਤੁਸੀਂ ਆਪਣੇ ਕੰਮਕਾਰ ਦੇ ਲਈ ਰਹਿਣ ਲੱਗੇ ਵਿੰਡਜ਼ਰ ਚ ਜਾ ਕੇ, ਜਾਂ ਹੈਮਿਲਟਨ ਜਾ ਕੇ, ਜਾਂ ਨਿਆਗਰਾ ਜਾ ਕੇ। ਤੁਸੀਂ ਉਹ ਤੋਂ ਵੀ ਪ੍ਰੂਫ ਕਰੋਗੇ ਵੀ ਬਾਈ ਮੇਰਾ ਘਰ ਉੱਥੇ ਹੈਗਾ ਵਾ, ਲੇਕਿਨ ਮੈਨੂੰ ਰਹਿਣਾ ਆਪਣੀ ਰੋਟੀ ਪਾਣੀ ਦੇ ਖਾਤਰ ਬਾਹਰ ਰਹਿਣਾ ਪੈ ਰਿਹਾ। ਸੋ ਉਹ ਘਰ ਵੀ ਤੁਹਾਡੀ ਇੰਪਲੋਇਮੈਂਟ ਦੇ ਕਰਕੇ ਤੁਹਾਨੂੰ ਪ੍ਰੂਫ ਕਰਨਾ ਪਊਗਾ ਫਿਰ ਕਿ ਮੇਰੀ ਜੌਬ ਦੇਖੋ ਉੱਥੇ ਹੈਗੀ ਆ, ਦੈਟਸ ਵਾਈ ਆਈ ਕੈਨੋਟ ਕਮ ਟੂ ਮਾਈ ਹਾਊਸ ਫॉर ਥੀਸ ਮੰਥਸ। ਉਹਦੇ ਤੇ ਵੀ ਛੋਟ ਲੱਗ ਜੂਗੀ। ਪਰ ਹੁਣ ਇਹਦਾ ਜੇ ਮੈਂ ਐਂਡ ਤੇ ਇਹ ਕੱਢਾਂ ਨਾ ਸਿੱਟਾ, ਗੱਲ ਇਹ ਹੈਗੀ ਆ ਵੀ ਕਿਤੇ ਨਾ ਕਿਤੇ ਬੰਦਿਆਂ ਨੇ ਚੋਰ ਮੋਰੀਆਂ ਫੇਰ ਕੱਢ ਲੈਣੀਆਂ, ਆਪਣੇ ਬੰਦੇ ਜਗਾੜੀ ਆ, ਆਪਣੇ ਬੰਦੇ, ਠੀਕ ਹੈ ਨਾ। ਤੇ ਹੁਣ ਦੇਖੋ ਆਪਾਂ ਹੁਣ ਬੜਾ ਪ੍ਰੋਫੈਸ਼ਨਲ ਚਲੋ ਲੀਗਲ ਵਿੱਚ ਗੱਲ ਕਰ ਰਹੇ ਆ ਤੁਹਾਡੇ ਜਿੰਦਾਬਾਦ ਟੀਵੀ ਦੇ ਮਾਧਿਅਮ ਰਾਹੀਂ। ਜਿਹੜੀ ਗੱਲ ਹੈ ਦਰਸ਼ਕਾਂ ਨੇ ਖਾਸ ਤੌਰ ਤੇ ਧਿਆਨ ਚ ਰੱਖਣੀ ਆ, ਇਹ ਨਹੀਂ ਸੋਚਣਾ ਹੈਗਾ ਵੀ ਉਸ ਘਰ ਦੇ ਵਿੱਚ ਕਿਸੇ ਦੀ ਡੈਥ ਹੋ ਗਈ, ਜਾਂ ਆਪਾਂ ਇਹ ਸੋਚਿਓ ਕਵੇ ਕਿ ਜੀ ਮੈਂ ਇਸ ਘਰ ਦਾ ਪ੍ਰਿੰਸੀਪਲ ਓਨਰ ਆ, ਮੈਂ ਤਾਂ ਉਸ ਘਰ 'ਚ ਰਹਿ ਹੀ ਰਿਹਾ ਵਾਂ, ਜਾਂ ਮੈਂ ਉਸ ਘਰ ਦੀ ਰਿਪੇਅਰ ਕਰਾ ਰਿਹਾ। ਡਿਕਲੇਅਰ ਜ਼ਰੂਰ ਕਰਨਾ ਵਾ ਕਿ ਮੇਰਾ ਘਰ ਖਾਲੀ ਆ। ਭਾਈ ਜੀ ਇਹ ਸਮਝਣ ਵਾਲੀ ਗੱਲ ਆ, ਦੱਸਣਾ ਪਊਗਾ ਵੀ ਮੇਰਾ ਘਰ 6 ਮਹੀਨੇ ਤੋਂ ਜ਼ਿਆਦਾ ਖਾਲੀ ਆ, ਲੇਕਿਨ ਮੇਰੇ ਘਰ ਤੇ ਟੈਕਸ ਨਾ ਲਗਾਇਆ ਜਾਵੇ। ਕਿਉਂ? ਆ ਜਿਹੜੀਆਂ ਮੈਂ ਤੁਹਾਨੂੰ ਛੋਟਾਂ ਦੱਸੀਆਂ ਨੇ, ਇਹ ਨਹੀਂ ਹੈਗਾ ਵੀ ਤੁਸੀਂ ਕਹੋ ਵੀ ਮੈਂ ਉਸ ਘਰ 'ਚ ਰਹਿਣਾ ਵਾ, ਮੈਨੂੰ ਦੱਸਣ ਦੀ ਲੋੜ ਨਹੀਂ। ਤਾਂ ਉਹਦੀ ਤਰੀਕ ਹੈਗੀ ਆ ਜੀ 28 ਫਰਵਰੀ 2023। ਸਿਟੀ ਆਫ ਟੋਰਾਂਟੋ ਦੀ ਵੈਬਸਾਈਟ ਤੇ ਜਾ ਕੇ ਉਹਨਾਂ ਨੇ ਇੱਕ ਪੋਰਟਲ ਬਣਾਇਆ ਹੋਇਆ, ਬਾਈ ਜੀ ਨੂੰ ਮੈਂ ਐਂਡ ਤੇ ਦੱਸਣਾ ਹੀ ਸੀਗਾ ਵੀ ਇਸ ਗੱਲ ਦਾ ਧਿਆਨ ਰੱਖਣਾ ਹੈਗਾ। ਪੋਰਟਲ ਤੇ ਜਾ ਕੇ ਹੁਣ ਗੱਲ ਇਹ ਹੈਗੀ ਆ, ਸਪੋਜ਼ ਕਰੋ ਵੀ ਘਰ ਦਾ ਐਡਰੈਸ ਹੈਗਾ 123 ABC ਸਟਰੀਟ, ਉਹਨਾਂ ਨੂੰ ਕਿਵੇਂ ਪਤਾ ਲੱਗੂਗਾ ਵੀ ਮੈਂ ਆਪਣਾ ਘਰ ਉਹਦੇ ਸਿਟੀ ਤੇ ਪਾਉਣਾ? ਹੁਣ ਤੁਹਾਨੂੰ ਕਿ ਯਾਦ ਆ ਜੀ ਆਪਾਂ ਨੂੰ ਪ੍ਰਾਪਰਟੀ ਟੈਕਸ ਦਾ ਬਿੱਲ ਆਉਂਦਾ ਹੁੰਦਾ ਘਰੇ, ਆਉਂਦਾ ਨਾ ਜੀ, ਉਹਦੇ ਸੱਜੇ ਪਾਸੇ ਰੋਲ ਨੰਬਰ ਲਿਖਿਆ ਹੁੰਦਾ ਪ੍ਰਾਪਰਟੀ ਦਾ, ਤੁਸੀਂ ਘਰੇ ਜਾ ਕੇ ਦੇਖਿਓ ਹਰੇਕ ਸਿਟੀ ਦਾ ਜਿਹੜਾ ਵੀ ਆਪਣਾ ਟੈਕਸ ਬਿੱਲ ਆਊਗਾ ਉਹਦੇ ਉੱਪਰ ਆਪਣੇ 21 ਨੰਬਰਾਂ ਦਾ ਇੱਕ ਡਿਜੀਟਲ ਨੰਬਰ ਲਿਖਿਆ ਹੁੰਦਾ ਜਿਹਨੂੰ ਅਸੀਂ ਪ੍ਰਾਪਰਟੀ ਰੋਲ ਨੰਬਰ ਬੋਲਦੇ ਆ। ਤਾਂ ਉਹ 21 ਨੰਬਰ ਤੁਸੀਂ ਸਿਟੀ ਆਫ ਟੋਰਾਂਟੋ ਦੀ ਵੈਬਸਾਈਟ ਤੇ ਜਾ ਕੇ ਪੋਰਟਲ 'ਚ ਫੀਡ ਕਰ ਦੇਣੇ ਹੱਥ ਨਾਲ, ਕੰਪਿਊਟਰ ਤੇ ਵੀ ਕਰ ਸਕਦੇ ਹੋ, ਜਾ ਕੇ ਫਿਰ ਉਹ ਤੁਹਾਡੇ ਘਰ ਦਾ ਐਡਰੈਸ ਆ ਜਾਊਗਾ, ਤੁਹਾਡਾ ਨਾਮ ਆਪਣੇ ਆਪ ਉੱਤੇ ਨਿਕਲ ਆਉਣਾ ਜਿਹਦੇ ਵੀ ਨਾਂ ਤੇ ਉਹ ਘਰ ਹੋਊਗਾ। ਤੁਸੀਂ ਉਹਦੇ ਤੇ ਦੱਸ ਦੇਣਾ ਕਿ ਮੇਰਾ ਘਰ ਇੰਨੇ ਤੋਂ ਇੰਨੇ ਮਹੀਨਿਆਂ ਤੋਂ ਇੰਨੇ ਮਹੀਨਿਆਂ ਤੱਕ ਖਾਲੀ ਰਿਹਾ ਸੀ, ਬਟ ਮੈਨੂੰ ਛੋਟ ਦਿੱਤੀ ਜਾਵੇ ਕਿਉਂਕਿ ਮੈਂ ਫਲਾਣੀ ਕੈਟਾਗਰੀ ਦੇ ਵਿੱਚ ਆਉਣਾ। ਬਿਲਕੁਲ। ਸੋ ਇਹ ਬਹੁਤ ਇੰਪੋਰਟੈਂਟ ਆ, ਇਹ ਗੱਲ ਬੜਾ ਵਧੀਆ, ਤੁਸੀਂ ਵਧਾਈ ਦੇ ਪਾਤਰ ਹੋ ਜੀ ਵੀ ਆਪਾਂ ਤੁਸੀਂ ਇਸ ਮੰਚ ਰਾਹੀਂ, ਕਿਉਂਕਿ ਬਹੁਤ ਲੋਕਾਂ ਨੇ ਭੁਲੇਖੇ ਨਾਲ ਡਿਕਲੇਅਰ ਹੀ ਨਹੀਂ ਕਰਨਾ, ਤੇ ਜਦੋਂ ਡਿਕਲੇਅਰ ਕਰਨਾ ਨਹੀਂ ਫਿਰ ਸਰਕਾਰ ਨੇ ਸਿਟੀ ਨੇ ਡੰਡਾ ਲੈ ਕੇ ਪਿੱਛੇ ਆ ਜਾਣਾ ਜੀ, ਫਿਰ ਤੁਹਾਨੂੰ ਪਤਾ ਜੁਰਮਾਨੇ ਵੀ ਲੱਗਦੇ ਆ।
ਬਿਲਕੁਲ। ਇਹ ਅੱਜ ਨਾ ਜਿੰਨੀ ਆਪਾਂ ਬਰੀਕੀ ਦੇ ਨਾਲ ਤੁਸੀਂ ਬਸਰ ਸਾਹਿਬ ਅੱਜ ਆਪਾਂ ਜਿੰਨੀ ਵੀ ਅਵੇਅਰਨੈਸ ਦੇ ਰਹੇ ਆ, ਇਹਦੇ ਨਾਲ ਨਾ ਅੱਜ ਇੱਕ ਗੱਲ ਦੀ ਤਾਂ ਗਾਰੰਟੀ ਆ ਵੀ ਜਿਹੜੇ ਸਾਡੇ ਵਿਊਅਰ ਆ, ਸਾਡੇ ਦਰਸ਼ਕ ਆ, ਸਾਨੂੰ ਅੱਜ ਉਹ ਦੇਖ ਕੇ ਇਸ ਚੀਜ਼ ਦਾ ਸਾਨੂੰ ਐਪਰੀਸ਼ੀਏਟ ਵੀ ਕਰਨਗੇ ਔਰ ਅਸੀਂ ਇਸ ਚੀਜ਼ ਦਾ ਆਪਣੇ ਨੂੰ ਮਾਣ ਵੀ ਆ। ਸਾਨੂੰ ਜਿੰਦਾਬਾਦ ਟੀਵੀ ਦੇ ਔਰ ਜਿੰਨੇ ਆਪਾਂ ਮੈਂਬਰ ਆ ਸਾਰੇ, ਇਹਨੂੰ ਮਾਣ ਵੀ ਹੋਊਗਾ ਵੀ ਅਸੀਂ ਇਹਦੇ ਨਾਲ ਇੱਕ ਅਵੇਅਰਨੈਸ ਦੇ ਰਹੇ ਆ, ਇੱਕ ਚੰਗੀ ਚੀਜ਼ ਡਿਲੀਵਰ ਕਰ ਰਹੇ ਆ। ਅੱਛਾ, ਜਾਂਦੇ ਐਂਡ ਤੇ ਜੁਰਮਾਨਾ ਪਲੰਟੀ ਜਿੱਦਾਂ ਕਹਿੰਦੇ, ਉਹਦੇ ਬਾਰੇ ਵੀ ਦੇਖੋ ਆਪਾਂ ਮੇਜਰ ਬਾਈ ਜੀ, ਇਸ ਮੁਲਕ ਦੀ ਖੂਬਸੂਰਤੀ ਵੀ ਇਹ ਆ। ਹੁਣ ਜੇ ਅਸੀਂ ਡਰਾਈਵਿੰਗ ਦੇ ਰੂਲ ਕਿਉਂ, ਦੇਖੋ ਡਰਾਈਵਿੰਗ ਦੇ ਰੂਲ ਤਾਂ ਇੰਡੀਆ 'ਚ ਵੀ ਹੁੰਦੇ ਆ, ਪੰਜਾਬ 'ਚ ਵੀ ਹੁੰਦੇ ਆ, ਅਸੀਂ ਉੱਥੇ ਫੋਲੋ ਘੱਟ ਕਰਦੇ ਆ। ਇੱਥੇ ਫੋਲੋ ਹੀ ਕਿਉਂ ਕਰਦੇ ਆ? ਕਿਉਂਕਿ ਸਾਡੇ ਸਿਰ ਤੇ ਇੱਕ ਡੰਡਾ ਹੁੰਦਾ ਲਾਅ ਦਾ, ਕਾਨੂੰਨ ਦਾ। ਅਸੀਂ ਉਹਨਾਂ ਪੁਲਿਸ ਵਾਲੇ ਤੋਂ ਨਹੀਂ ਡਰ ਰਹੇ ਹੁੰਦੇ, ਅਸੀਂ ਡਰ ਰਹੇ ਹੁੰਦੇ ਆ ਕਾਨੂੰਨ ਤੋਂ, ਪੈਨਲਟੀ ਤੋਂ। ਠੀਕ ਆ, ਰੈਕਡ ਖਰਾਬ ਹੋ ਗਿਆ, ਲਾਇਸੈਂਸ ਦਾ ਰੈਕਡ ਖਰਾਬ ਹੋ ਗਿਆ। ਹੁਣ ਟਰੱਕਿੰਗ ਵਾਲੇ ਵੀਰ ਆ, ਜੇ ਪਤਾ ਹੀ ਹੁੰਦਾ ਵੀ ਉਹਨਾਂ ਨੇ ਸ਼ਾਮ ਨੂੰ ਗਰਾਜ 'ਚ ਬੈਠ ਕੇ ਇੰਜੋਏ ਵੀ ਕਰਨਾ ਹੁੰਦਾ, ਲੇਕਿਨ ਫਿਰ ਵੀ ਇੱਕ ਵਾਰੀ ਬੰਨੀ ਹੁੰਦੀ ਹੈ, ਬਾਈ ਅੱਜ ਤੂੰ ਨਹੀਂ ਪੀਣੀ, ਅੱਜ ਤੂੰ ਨਹੀਂ ਪੀਣੀ। ਕਿਉਂ? ਇੱਕ ਕਾਨੂੰਨ ਦਾ ਡਰ ਹੁੰਦਾ ਵੀ ਗੱਡੀ ਤੂੰ ਚਲਾਉਣੀ ਹੈ। ਸੋ ਇਸੇ ਤਰ੍ਹਾਂ ਨਾ ਵੀ ਜਿਹੜੇ ਇਹ ਕਾਨੂੰਨ ਆ ਵੀ ਜਿਹੜਾ ਆਪਣਾ ਵੇਕੈਂਟ ਘਰ ਡਿਕਲੇਅਰ ਕਰਨਾ ਬਾਏ ਚਾਂਸ, ਤਾਂ ਹੀ ਦੇਖੋ ਇੱਥੇ ਦੀ ਇੱਕ ਚੀਜ਼ ਮੈਂ ਇਹ ਵੀ ਨੋਟ ਕੀਤੀ ਹੈ ਵੀ ਜਿਹੜਾ ਇੱਥੋਂ ਦਾ ਨਾ ਸਰਕਾਰੀ ਨੁਮਾਇੰਦੇ ਹੁੰਦੇ ਨੇ, ਉਹ ਤੁਹਾਡਾ ਸਾਥ ਬਹੁਤ ਦਿੰਦੇ ਆ। ਦੇਖੋ ਇਹਦੀ ਲਾਸਟ ਤਰੀਕ ਸੀਗੀ 2 ਫਰਵਰੀ, ਜਿਹੜਾ ਕੱਲ ਲੰਘ ਗਿਆ, ਲੇਕਿਨ ਉਹਨਾਂ ਨੂੰ ਲੱਗਿਆ ਵੀ 84%, ਆ ਬੜੀ ਇੰਟਰਸਟਿੰਗ ਗੱਲ ਆ ਕਿ 84% ਪਰਿਵਾਰ ਹਲੇ ਕੱਲ ਤੱਕ ਭਰ ਨਹੀਂ ਪਾਏ। ਤਾਂ ਮੇਅਰ ਨੇ ਕੀ ਕੀਤਾ, ਜਿਹੜਾ ਮੇਅਰ ਆ ਟੋਰਾਂਟੋ ਦਾ, ਉਹਨੇ ਕੱਲ ਅਨਾਉਂਸ ਕਰ ਦਿੱਤਾ ਕਿ ਮੈਂ ਐਕਸਟੈਂਸ਼ਨ ਦੇ ਰਿਹਾ ਤੁਹਾਨੂੰ, ਕਿੰਨੀ ਤਰੀਕ ਤੱਕ? 28 ਫਰਵਰੀ ਤੱਕ। ਤੇ 28 ਫਰਵਰੀ ਤੱਕ ਵੀ ਜੇ ਹੁਣ ਕਿਸੇ ਨੇ ਆਪਣਾ ਘਰ ਡਿਕਲੇਅਰ ਨਹੀਂ ਕੀਤਾ ਤਾਂ ਉਹਨਾਂ ਨੂੰ ਜੀ ਮਿਨੀਮਮ $250 ਤੋਂ ਲੈ ਕੇ $10,000 ਦਾ ਫਾਈਨ ਆ। ਠੀਕ ਹੈ, ਠੀਕ ਹੈ ਨਾ। ਸੋ ਇਹ ਬੜਾ ਇੰਟਰਸਟਿੰਗ ਹੈਗਾ। ਮੈਂ ਤਾਂ ਕਹਿੰਦਾ ਵੀ ਜਿੰਨੇ ਵੀ ਪਰਿਵਾਰ ਜਾਂ ਸਾਡੇ ਯਾਰ ਦੋਸਤ, ਮੇਜਰ ਬਾਈ ਦੇ ਯਾਰ ਦੋਸਤ ਜਿਹੜੇ ਸਿਟੀ ਆਫ ਟੋਰਾਂਟੋ ਦੇ ਬਾਉਂਡਰੀ 'ਚ ਆਉਂਦੇ ਆ, ਚਾਹੇ ਉਹ ਰਹਿੰਦੇ ਹੋਣ, ਉਹਨਾਂ ਨੂੰ ਡਿਕਲੇਅਰ ਕਰਨਾ ਪਊਗਾ ਬਾਈ ਅਸੀਂ ਰਹਿੰਦੇ ਆ, ਸਾਡੇ ਪਿੱਛੇ ਨਾ ਜਿਓ, ਫਿਰ ਉਹ ਜ਼ੀਰੋ ਰਹੂਗਾ। ਬਸਰ ਸਾਹਿਬ, ਪਹਿਲਾਂ ਤਾਂ ਤੁਹਾਡਾ ਦਿਲੋਂ ਧੰਨਵਾਦ ਕਰਨਾ ਆ ਵੀ ਤੁਸੀਂ ਹਫ਼ਤਾਵਾਰੀ ਪ੍ਰੋਗਰਾਮ ਦੇ ਵਿੱਚ ਤੁਸੀਂ ਆਉਨੇ ਆ, ਹਾਜ਼ਰੀ ਲਵਾਉਨੇ ਤੇ ਆਪਣੀਆਂ ਇਦਾਂ ਹੀ ਅਸੀਂ ਆਸ ਕਰਦੇ ਹਾਂ ਤੁਹਾਡੇ ਕੋਲੋਂ, ਖਾਸ ਕਰਕੇ ਜਿੰਦਾਬਾਦ ਦੇ ਜਿੰਨੇ ਤੁਸੀਂ ਮੈਂਬਰ ਆ, ਆਪਾਂ ਚਾਹੁੰਦੇ ਆ ਵੀ ਇਦਾਂ ਰਲ ਮਿਲ ਕੇ ਆਪਾਂ ਇੱਕ ਅਵੇਅਰਨੈਸ, ਇੱਕ ਚੰਗੀ ਸੋਚ ਡਿਲੀਵਰ ਕਰੀਏ ਵੀ ਜਿਹੜੇ ਜਿੰਦਾਬਾਦ ਦੇ ਦਰਸ਼ਕ ਆ ਸਾਡੇ ਦੇਖ ਰਹੇ ਆ, ਉਹ ਵੀ ਇਸ ਚੀਜ਼ ਨਾਲ ਜੁੜਨਗੇ, ਕਹਿਣਾ ਇਹ ਜਿੰਦਾਬਾਦ ਦੇ ਉੱਤੇ ਕੋਈ ਚੰਗੀ ਚੀਜ਼ ਡਿਲੀਵਰ ਹੋ ਰਹੀ ਆ ਜਾਂਦੇ ਜਾਂਦੇ। ਮੈਂ ਤਾਂ ਪਹਿਲੇ ਦਿਨ ਹੀ ਬਾਈ ਜੀ ਤੁਹਾਨੂੰ ਕਹਿਤਾ ਸੀਗਾ ਵੀ ਤੁਹਾਡੇ ਚੈਨਲ ਦਾ ਨਾਮ ਹੀ ਜਿੰਦਾਬਾਦ, ਤੇ ਉਹ ਜਿਹੜਾ ਜਿੰਦਾਬਾਦ ਚੀਜ਼ ਹੁੰਦੀ ਹੈ ਨਾ, ਉਹ ਹਮੇਸ਼ਾ ਉੱਪਰ ਹੀ ਜਾਂਦੀ ਹੈ। ਥੈਂਕ ਯੂ ਸੋ ਮਚ। ਜਾਂਦੇ ਜਾਂਦੇ ਤੁਸੀਂ ਆਪਣਾ ਨਾਮ, ਆਪਣਾ ਪ੍ਰੋਪਰ ਟੈਲੀਫੋਨ ਨੰਬਰ, ਹੋਰ ਕਿਸੇ ਗੱਲਬਾਤ ਲਈ ਵੀ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਆ, ਤੁਸੀਂ ਬਸਰਾ ਸਾਹਿਬ ਨਾਲ ਪਰਸਨਲੀ ਤੌਰ ਤੇ ਕਾਲ ਕਰ ਸਕਦੇ। ਬਸ ਨਹੀਂ, ਥੈਂਕ ਯੂ ਮੇਜਰ ਬਾਈ ਜੀ, ਤੁਸੀਂ ਐਵਰੀ ਐਪੀਸੋਡ 'ਚ ਪੂਰਾ ਹੌਸਲਾ ਦਿੰਦੇ ਹੋ ਵੀ ਆਪਣੇ ਆਪ ਨੂੰ ਵੀ ਪ੍ਰਮੋਟ ਕਰਨ ਲਈ। ਨਾਮ ਮੇਰਾ ਵਿਲੀਅਮਜੀਤ ਬਸਰਾ ਜੀ। ਪਿਛਲੇ 8 ਸਾਲ ਤੋਂ ਮੈਂ ਐਜ਼ ਅ ਰੀਅਲ ਸਟੇਟ ਬ੍ਰੋਕਰ ਤੁਹਾਡੀ ਸੇਵਾ 'ਚ ਹੈਗਾ ਜੀ। 4166482921। ਇਸ ਵਿਸ਼ੇ ਬਾਰੇ ਜਿਹੜਾ ਖਾਲੀ ਘਰਾਂ ਦੇ ਜੋ ਅਸੀਂ ਅੱਜ ਡਿਸਕਸ ਕੀਤਾ, ਭਾਜੀ ਨੇ ਬਹੁਤ ਸੋਹਣਾ ਟੌਪਿਕ ਡਿਸਾਈਡ ਕੀਤਾ ਸੀਗਾ ਕਿ ਬਸਰਾ ਜੀ ਇਹਦੇ ਤੇ ਜਿੰਨੀ ਕੁ ਜਾਣਕਾਰੀ ਲਿਆ ਕੇ ਆ ਸਕਦੇ ਹੋ ਲੈ ਕੇ ਆਓ, ਤੇ ਮੈਂ ਕੋਸ਼ਿਸ਼ ਕੀਤੀ ਆ ਸਿੰਪਲ ਪੰਜਾਬੀ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਨ ਲਈ। ਹੋਰ ਕੁਝ ਇਸ ਦੇ ਬਾਰੇ ਜਾਣਕਾਰੀ ਲੈਣੀ ਹੋਵੇ ਜਾਂ ਤੁਹਾਡੀ ਕਿਸੇ ਤਰ੍ਹਾਂ ਦੀ ਰੀਅਲ ਸਟੇਟ ਦੀ ਕੋਈ ਜ਼ਰੂਰਤ ਹੋਵੇ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ। ਹਾਂ ਮੇਜਰ ਭਾਈ ਜੀ, ਅੱਜ ਸੱਚ ਆਪਾਂ ਇੱਕ ਰਿਕੁਐਸਟ ਵੀ ਕਰਨੀ ਹੈ, ਤੁਹਾਨੂੰ ਵਧਾਈ ਵੀ ਹੈਗੀ ਆ ਜੀ। ਮੈਨੂੰ ਤੁਸੀਂ ਦੱਸਿਆ ਪ੍ਰੋਗਰਾਮ ਤੋਂ ਪਹਿਲਾਂ, ਮੈਂ ਚਾਹੁੰਦਾ ਕਿ ਤੁਸੀਂ ਆਪਣੇ ਮੂੰਹੋਂ ਦੱਸੋ। ਨਹੀਂ, ਤੁਸੀਂ ਦੱਸੋ, ਤੁਸੀਂ ਸਾਡੀ ਟੀਮ ਆ। ਹਾਂਜੀ, ਮੇਜਰ ਭਾਈ ਜੀ ਨੇ ਅੱਜ ਦੱਸਿਆ ਹੈਗਾ ਵੀ ਜਿਹੜਾ ਸਾਡਾ ਇਹ ਚੈਨਲ ਆ ਜੀ ਜਿੰਦਾਬਾਦ ਟੀਵੀ, ਜਿਹੜਾ ਆਪਣਾ ਡਿਕਸੀ ਗੁਰੂ ਘਰ ਹੈਗਾ ਜੀ, ਓਨਟਾਰੀਓ ਖਾਲਸਾ ਦਰਬਾਰ, ਸਾਡੇ ਚੈਨਲ ਦਾ, ਸਾਡੇ ਟੀਵੀ ਦਾ, ਉਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਰਾਹੀਂ ਆਪਸ ਦੇ ਵਿੱਚ ਟਾਈ ਅਪ ਹੋਇਆ ਜੀ। ਤੇ ਤੁਸੀਂ ਸਵੇਰ ਮਾਰਨਿੰਗ ਟਾਈਮ ਤੇ ਸ਼ਾਮ ਨੂੰ ਰਹਿਰਾਸ ਦੇ ਟਾਈਮ ਵੇਲੇ ਵੀ ਜਿੰਦਾਬਾਦ ਟੀਵੀ ਦੇ ਉੱਪਰ ਡਿਕਸੀ ਗੁਰਦੁਆਰਾ ਸਾਹਿਬ ਦਾ ਜਿਹੜਾ ਲਾਈਵ ਪ੍ਰਸਾਰਣ ਹੈਗਾ ਜੀ, ਉਹ ਤੁਸੀਂ ਗੁਰੂ ਘਰ ਦੇ ਦਰਸ਼ਨ ਕਰ ਸਕਦੇ ਹੋ, ਪਾਠ ਸੁਣ ਸਕਦੇ ਹੋ। ਤੇ ਜਸਟ ਤੁਸੀਂ IPTV ਦੇ ਰਾਹੀਂ ਜਾਂ ਜਿਹੜਾ ਵੀ ਸਾਧਨ ਤੁਸੀਂ ਵਰਤਦੇ ਹੋ ਜਿੰਦਾਬਾਦ ਟੀਵੀ ਦੇਖਣ ਦੇ ਲਈ, ਤਾਂ ਤੁਸੀਂ ਗੁਰਦੁਆਰਾ ਸਾਹਿਬ ਦੇ ਨਾਲ ਵੀ ਤੁਹਾਡਾ ਸਿੱਧੇ ਦਰਸ਼ਨ ਤੁਸੀਂ ਕਰ ਸਕਦੇ ਹੋ। ਤੇ ਜਾਂਦੇ ਜਾਂਦੇ ਮੈਂ ਇੱਕ ਗੁਜ਼ਾਰਿਸ਼ ਆਪਣੇ ਵੱਲੋਂ ਵੀ, ਬਾਈ ਜੀ ਵੱਲੋਂ ਵੀ ਜ਼ਰੂਰ ਕਰੂੰਗਾ ਕਿ ਸਾਡਾ YouTube ਚੈਨਲ ਦੇ ਉੱਤੇ ਜਿੰਦਾਬਾਦ ਟੀਵੀ Facebook ਦਾ ਪੇਜ ਹੈ ਜੀ, ਉਹ ਜ਼ਰੂਰ ਲਾਈਕ ਕਰੋ, ਸ਼ੇਅਰ ਵੀ ਜ਼ਰੂਰ ਕਰਿਆ ਕਰੋ, ਤਾਂ ਕਿ ਵੱਧ ਤੋਂ ਵੱਧ ਪਰਿਵਾਰ ਜੋ ਅਸੀਂ ਇਹ ਗੱਲਾਂ ਲੈ ਕੇ ਆਉਂਦੇ ਆ, ਤੁਹਾਡੇ ਲਈ ਗੱਲਾਂ ਨੇ, ਅਸੀਂ ਇਹ ਤੇ ਬੜੀ ਮਿਹਨਤ ਕਰਕੇ, ਕਈ ਵਾਰੀ 20 ਮਿੰਟ ਦਾ ਇੱਕ ਸ਼ੋਅ ਕਰਨ ਦੇ ਲਈ ਸਾਨੂੰ 1.5-2 ਘੰਟੇ ਬੈਠ ਕੇ ਪੜ੍ਹ ਕੇ ਤਿਆਰੀ ਕਰਕੇ ਆਉਣਾ ਪੈਂਦਾ, ਤੇ ਤੁਹਾਡੀ ਸ਼ਾਬਾਸ਼ ਦੀ, ਹੱਲਾਸ਼ੇਰੀ ਦੀ ਬਹੁਤ ਜ਼ਰੂਰਤ ਹੈ। ਬਸਰ ਸਾਹਿਬ, ਤੁਹਾਡਾ ਦਿਲੋਂ ਧੰਨਵਾਦ ਕਰਦਾ ਮੈਂ। ਮੇਰੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ। ਤੇ ਮੇਰੇ ਵੱਲੋਂ ਵੀ ਕੋਈ ਖੁਸ਼ ਰਹੋ, ਆਬਾਦ ਰਹੋ, ਤੇ ਸਾਰੇ ਜ਼ਿੰਦਾਬਾਦ ਰਹੋ, ਤੇ ਦੇਖਦੇ ਰਹੋ ਆਪਣਾ ਟੀਵੀ ਜਿੰਦਾਬਾਦ। ਮੇਰੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ।